ਉੱਤੇ ਜਿਹੜੀ ਕ੍ਰਿਸਚੀਅਨਿਟੀ ਆ ਉਹਦੇ ਵਾਸਤੇ ਆਪਾਂ ਬਹੁਤ ਕੁਝ ਸੁਣਦੇ ਆ ਰਹੇ ਹਾਂ। Okay, we'll start from here that we have been listening so many things about Christianity. ਇਹ ਕੋਈ ਨਵੀਂ ਗੱਲ ਨਹੀਂ ਗੀ, ਕਿਉਂਕਿ ਪੁਰਾਣੇ ਨੇਮ ਤੋਂ ਹੀ ਚੱਲੀ ਆ ਰਹੀ ਹੈ ਇਹ ਗੱਲ। It's not a new thing because it's been since Old Testament. ਪੁਰਾਣੇ ਨੇਮ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਦੋ ਤਾਕਤਾਂ ਬਰਾਬਰ ਚੱਲਦੀਆਂ ਸੀ। We have seen in the Old Testament that two powers were going parallel. ਇੱਕ ਇਜ਼ਰਾਈਲੀ ਸਲਤਨਤ ਸੀ, ਇੱਕ ਯਹੂਦਾ ਦੀ ਸਲਤਨਤ ਸੀ। One was Israel kingdom and the other one was Judah's kingdom. ਸੋ ਮੁੱਢ ਤੋਂ ਹੀ ਇਹ ਦੋਵੇਂ ਧਿਰਾਂ ਦੇ ਵਿੱਚ ਦੇਖਣ ਵਾਸਤੇ ਆਉਂਦਾ ਵਾ So since in the beginning we can see in both powers. ਕਿ ਇੱਕ ਪਾਵਰ ਆ ਜਿਹੜੀ ਉਹ ਬੁੱਤ ਪ੍ਰਸਤੀ ਕਰਦੀ ਆ, ਦੂਜੀ ਜਿਹੜੀ ਪਰਮੇਸ਼ਰ ਤੋਂ ਡਰਨ ਵਾਲੀ ਆ। Okay, one power follow the idolism and other one fears the God. ਤੁਹਾਨੂੰ ਯਾਦ ਹੋਊਗਾ ਕਿ ਜਦੋਂ ਲੋਕਾਂ ਨੂੰ ਮੂਸਾ ਕੱਢ ਕੇ ਲੈ ਕੇ ਆਇਆ ਆਪਣੇ ਮਿਸਰ ਦੇ ਵਿੱਚੋਂ, You may remember when Moses took away his people from Egypt. ਕਿਉਂਕਿ 40 ਦਿਨ ਪਹਾੜ ਤੋਂ ਰਹਿਣ ਪਰਮੇਸ਼ਰ ਨੇ ਜਦੋਂ ਉਹਨਾਂ ਨੂੰ ਉੱਥੇ ਬੁਲਾਇਆ ਸੀ, ਤੇ 40 ਦਿਨ ਤੋਂ ਬਾਅਦ ਜਦੋਂ ਉਹ ਪ੍ਰਭੂ ਦੇ ਫੱਟੀਆਂ ਲੈ ਕੇ ਹੁਕਮਾਂ ਵਾਲੀਆਂ ਥੱਲੇ ਉਤਰਦੇ ਆ, So God called him on the mountain for the 40 days, and when he came back with the commandments after 40 days, ਜਦੋਂ ਮੁੜ ਕੇ ਆਉਂਦਾ ਆ ਤਾਂ ਪਰਮੇਸ਼ਰ ਕਹਿੰਦੇ ਕਿ ਮੂਸਾ ਤੂੰ ਥੱਲੇ ਜਾ, ਛੇਤੀ ਦੇਖ ਤੇਰੇ ਲੋਕ ਮੇਰੇ ਲੋਕ ਆ ਜਿਹੜੇ ਉਹ ਭ੍ਰਸ਼ਟ ਹੋ ਗਏ ਨੇ। God said to him, Moses, go back quickly, see my people have been corrupt. ਕਹਿੰਦਾ ਦੇਖੋ ਕੀ ਕਰ ਰਹੇ ਨੇ ਉੱਥੇ। Look what are they doing? ਕੀ ਕਰ ਰਹੇ ਸੀ ਉਹ? What were they doing? ਉਹ ਕਰਦੇ ਸੀ ਕਿ ਹਾਰੂਨ ਜਿਹੜਾ ਉਹਦਾ ਭਰਾ ਸੀਗਾ ਮੂਸਾ ਦਾ, ਉਹਨਾਂ ਨੇ ਨੱਕ 'ਚ ਦਮ ਕੀਤਾ ਹੋਇਆ ਸੀ। They were giving hard time to his brother Harun. ਉਹਨਾਂ ਨੂੰ ਕਹਿੰਦੇ ਸੀ ਸਾਨੂੰ ਇੱਕ ਰੱਬ ਬਣਾ ਕੇ ਦੇ ਦੇ ਜਿਹੜਾ ਸਾਨੂੰ ਦਿਸੇ ਵੀ ਤੇ ਅਸੀਂ ਉਹਦੀ ਪੂਜਾ ਕਰੀਏ ਤੇ ਅਸੀਂ ਉਹਨੂੰ ਹੀ ਰੱਬ ਮੰਨੀਏ। They asked him to create God for them so that they can see him and they can worship him. ਇੱਥੇ ਦੇਖਣ ਵਾਲੀ ਗੱਲ ਹੈ ਵੀ ਪਰਮੇਸ਼ਰ ਨੇ ਉਹਨਾਂ ਦੀ ਬੁੱਤ ਪ੍ਰਸਤੀ ਸੀ ਜਿਹੜੀ ਉਹਨੂੰ ਵਿਵਚਾਰ ਦਾ ਨਾਮ ਦਿੱਤਾ ਸੀ। God called their idolism as an adultery. ਦੇਖ ਲਓ ਵੀ ਕਿੰਨੀ ਘਿਨਾਉਣੀ ਗੱਲ ਹੈਗੀ ਆ ਇਹ ਪਰਮੇਸ਼ਰ ਦੇ ਸਾਹਮਣੇ। See how bad it is in front of God, how disgraceful it is. ਸੋ ਇਹ ਦੋਵੇਂ ਜਿਹੜੀਆਂ ਧਿਰਾਂ ਚੱਲਦੀਆਂ ਨੇ, ਇਹ ਉਦੋਂ ਵੀ ਚੱਲਦੀਆਂ ਸੀ ਤੇ ਇਹ ਪ੍ਰਭੂ ਯਿਸੂ ਮਸੀਹ ਦੇ ਆਉਣ ਵੇਲੇ ਵੀ ਚੱਲਦੀਆਂ ਸੀ। So both these powers were active at that time, and since after the Christ they were there too. ਕਿਉਂਕਿ ਯਿਸੂ ਮਸੀਹ ਵੇਲੇ ਆਪਾਂ ਨੂੰ ਪਤਾ ਹੈ ਕਿ ਉੱਥੇ ਧਰਮ ਗ੍ਰੰਥੀ ਸੀ, ਫਰੀਸੀ ਸੀਗੇ, ਜਿਹੜੇ ਰਿਲੀਜੀਅਸ ਲੋਕ ਸੀਗੇ। So we know during Christ's time there was scribes, religious leaders, or who followed the ਤੁਸੀਂ ਉਹਨਾਂ ਨੂੰ ਸੰਸਾਰਕ ਲੋਕ ਵੀ ਕਹਿ ਸਕਦੇ ਹੋ, or we can call them the worldly people ਤੇ too. ਇਹ ਜਿਹੜੇ ਲੋਕ ਸੀਗੇ ਇਹ ਲੋਕਾਂ ਨੂੰ ਮਸੀਹ ਦੇ ਵੱਲ ਨਹੀਂ ਸੀ ਆਉਣ ਦਿੰਦੇ। And they people were the hindrance in their ways so that they couldn't come to the Jesus Christ. ਪਰ ਪਰਮੇਸ਼ਰ ਆ ਜਿਹੜਾ ਉਹ ਜੋਰਾਵਰ ਪਰਮੇਸ਼ਰ ਆ, ਉਹ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਤਾਕਤ ਰੱਖਦਾ ਸੀ, ਰੱਖਦਾ ਹੈ। But God is almighty, powerful God. He has the power to attract people towards him. ਤੇ ਇਸ ਕਰਕੇ ਉਹਦੀ ਕਿਰਪਾ ਦੇ ਨਾਲ ਜਿਹੜੇ ਲੋਕ ਸੀ ਉਹਦੇ ਵੱਲ ਖਿੱਚੇ ਚਲੇ ਆਉਂਦੇ ਸੀ, ਕਿਉਂਕਿ ਕਿਰਪਾ ਦਾ ਸਮਾਂ। Because with his grace people came to him because it was the time of grace. ਦੁਨੀਆ ਜਿਹੜੀ ਹੈਗੀ ਆ ਅਨੇਕਾਂ ਦੁੱਖਾਂ ਤੇ ਮੁਸੀਬਤਾਂ ਦੇ ਵਿੱਚ ਦੀ ਲੰਘਦੀ ਆ, ਪਰ ਫਿਰ ਵੀ ਉਹ ਪਰਮੇਸ਼ਰ ਵੱਲ ਨਹੀਂ ਆਉਣਾ ਚਾਹੁੰਦੀ। People are suffering from sorrows and pains, but they still don't want to come to Christ. ਪਰ ਉਹਨਾਂ ਨੂੰ ਆਪਣੇ ਦੁੱਖਾਂ ਮੁਸੀਬਤਾਂ ਦੇ ਵਿੱਚ ਹੋਰ ਕੋਈ ਰਾਹ ਨਹੀਂ ਦਿਸਦਾ। And they cannot find any other way for their sorrows or pains. ਆਪਾਂ ਪੁਰਾਣੇ ਨੇਮ ਦੇ ਵਿੱਚ ਦੇਖਦੇ ਕਿ ਜਿਹੜਾ ਦਾਊਦ ਸੀਗਾ ਉਹ ਕਹਿੰਦਾ ਸੀਗਾ ਪ੍ਰਭੂ ਮੈਂ ਕਿੱਥੇ ਜਾਵਾਂ ਤੇਰੀ ਆਤਮਾ ਤੋਂ ਭੱਜ ਕੇ। We can see in the Old Testament David says, God, where I should flee to escape from your spirit. ਐਂਡ ਜਿਹੜਾ ਪਤਰਸ ਸੀਗਾ ਉਹ ਵੀ ਕਹਿੰਦਾ ਸੀ ਪ੍ਰਭੂ ਜੀ ਅਸੀਂ ਕਿੱਥੇ ਜਾਈਏ ਕਿਉਂਕਿ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲੇ ਨਹੀਂ। And Peter said too, Lord, where we should go because you have living things. ਇੱਥੇ ਇੱਕ ਵਚਨ ਹੈਗਾ ਮੱਤੀ ਦੀ ਕਿਤਾਬ, ਮੈਥਿਊ ਦੀ ਕਿਤਾਬ 23:13 ਦੇ ਵਿੱਚ। In Matthew 23:13, ਆਪਾਂ ਇੰਗਲਿਸ਼ ਪੜਾਂਗੇ ਪਹਿਲਾਂ। you will read in English. But woe to you, scribes and Pharisees, hypocrites, for you shut up the kingdom of heaven against men. For you neither go in yourselves, nor do you allow those who are entering to go in. ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿ ਉਹ ਲੋਕ ਇਹੋ ਜਿਹੇ ਨੇ, ਨਾ ਆਪ ਅੰਦਰ ਜਾਂਦੇ ਨੇ, ਨਾ ਜਿਹੜੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਅੰਦਰ ਜਾਣ ਦਿੰਦੇ ਨੇ। Word of God says they are this kind of people. They not even go in, neither they allow others to go in. ਅੰਦਰ ਦਾ ਮਤਲਬ ਕੀ? ਪਰਮੇਸ਼ਰ ਵੱਲ। What it means by in? ਤੇ Towards
towards God. ਦੂਸਰੇ ਪਾਸੇ ਜਿਹੜਾ ਪਰਮੇਸ਼ਰ ਆ ਉਹਨੇ ਆਪਣਾ ਇਕਲੌਤਾ ਭੇਜ ਦਿੱਤਾ ਤਾਂ ਕਿ ਲੋਕ ਉਹਦੇ ਉੱਤੇ ਵਿਸ਼ਵਾਸ ਕਰਨ ਤੇ ਬਚਾਏ ਜਾਣ। On the other side, God sent his only begotten son so that people should believe and should be saved. ਆਪਾਂ ਨੂੰ ਪਤਾ ਹੈ ਕਿ ਆਦਮ ਤੇ ਹਵਾ ਨੇ ਜਿਹੜਾ ਪਾਪ ਕਰ ਲਿਆ ਸੀ, We know Adam and Eve committed sin. ਉਹ ਪਰਮੇਸ਼ਰ ਦੇ ਵਿਰੁੱਧ ਕੀਤਾ ਸੀ They committed it against God. ਤੇ ਇਸ ਕਰਕੇ ਉਹ ਪਰਮੇਸ਼ਰ ਨੇ ਕੀ ਕੀਤਾ, ਉਹਨਾਂ ਨੂੰ ਆਦਮ ਤੇ ਹਵਾ ਨੂੰ ਬਾਗ ਦੇ ਵਿੱਚੋਂ, ਅਦਨ ਦੇ ਬਾਗ ਚੋਂ ਬਾਹਰ ਕੱਢਤਾ ਸੀ। That is why Lord threw them out of the Garden of Eden. ਹੁਣ ਉਹਦਾ ਕਾਰਨ ਇਹ ਨਹੀਂ ਸੀ ਵੀ ਉਹਨਾਂ ਨੇ ਪਰਮੇਸ਼ਰ ਦੇ ਵਿਰੁੱਧ ਬਗਾਵਤ ਕੀਤੀ ਸੀ, Not the reason because they rebel against the God. ਤੇ ਨਾ ਇਹ ਸੀ ਵੀ ਉਹਨਾਂ ਨੇ ਆਗਿਆਕਾਰੀ ਕੀਤੀ ਸੀ, Or not the disobedience of God. ਅਸਲ ਵਿੱਚ ਰੀਜ਼ਨ ਵੱਡਾ ਇਹ ਸੀਗਾ ਕਿ ਪਰਮੇਸ਼ਰ ਪਵਿੱਤਰ ਪਰਮੇਸ਼ਰ ਸੀ, ਉਹ ਪਾਪ ਵਾਲੀ ਥਾਂ ਦੇ ਉੱਤੇ ਰਹਿ ਨਹੀਂ ਸਕਦਾ। The big cause is because God is holy God and he cannot stay on the place of sin. ਹੁਣ ਆਪਾਂ ਦੇਖਦੇ ਹਾਂ ਵੀ ਜਿਹੜਾ ਮੂਸਾ ਆ ਉਹਨੂੰ ਪਰਮੇਸ਼ਰ ਕਿੰਨਾ ਪਿਆਰ ਕਰਦਾ ਸੀ। Now we see how much God loves the Moses. ਉਹਨੂੰ ਪਿਆਰ ਕਰਦਾ ਸੀ, ਤਾਂ ਹੀ ਤਾਂ ਉਹਨੇ ਮਿਸਰ ਦੇ ਵਿੱਚੋਂ ਲੋਕਾਂ ਨੂੰ ਆਜ਼ਾਦ ਕਰਨ ਵਾਸਤੇ ਮੂਸਾ ਨੂੰ ਕਿਹਾ ਵੀ ਤੂੰ ਆਜ਼ਾਦ ਕਰਵਾ ਕੇ ਲਿਆਵੇਂਗਾ। He loved him, that's why he chose him to free his people from Egypt. ਪਰ ਤਾਂ ਫਿਰ ਵੀ ਤੁਸੀਂ ਇਹ ਦੇਖ ਲਓ ਵੀ ਮੂਸਾ ਨੇ ਜਦੋਂ ਕਿਹਾ ਸੀ ਪਰਮੇਸ਼ਰ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ, ਤਾਂ ਪਰਮੇਸ਼ਰ ਕਹਿੰਦੇ ਸੀਗੇ ਤੂੰ ਮੇਰੇ ਦਰਸ਼ਨ ਨਹੀਂ ਕਰ ਸਕਦਾ, ਜੇ ਤੂੰ ਕਰੇਗਾ ਤੂੰ ਮਰ ਜਾਏਗਾ। Still we can see when Moses said, God, I want to see you, I want to have a vision of you. He said, no, you cannot see me. If you will see me, you will die. ਕਿਉਂਕਿ ਮੂਸਾ ਦੇ ਵਿੱਚ ਜਿਹੜਾ ਪਾਪ ਦਾ ਲਹੂ ਸੀਗਾ। Because Moses has the blood of sin. ਤੇ ਦੁਨੀਆ ਆ ਜਿਹੜੀ ਇਸੇ ਤਰੀਕੇ ਦੇ ਨਾਲ ਪਾਪ ਦੇ ਵਿੱਚ ਇੰਨੀ ਵਿਅਸਤ ਆ, So world is indulged in the sin so badly. ਤੇ ਉਹਦੇ ਵਿੱਚ ਰਹਿ ਕੇ ਉਹ ਖੁਸ਼ ਆ, And they are happy in there. ਪਰ ਪਰਮੇਸ਼ਰ ਆ ਜਿਹੜਾ ਬੰਦੇ ਨੂੰ ਬਹੁਤ ਪਿਆਰ ਕਰਦਾ ਵਾ। But God loves people so much. ਤੇ ਇਸ ਕਰਕੇ ਪਰਮੇਸ਼ਰ ਨੂੰ ਇਸ ਗੱਲ ਦਾ ਪਤਾ ਆ, ਜਿਹੜਾ ਸੰਸਾਰ ਨੂੰ ਨਹੀਂ ਪਤਾ, ਪਰਮੇਸ਼ਰ ਨੂੰ ਪਤਾ ਵੀ ਇਸ ਪਾਪ ਦਾ ਅੰਤ ਕੀ ਹੋਣਾ। That is why God knows, not the people, but God knows what will be the end of it. ਸੋ ਦੁਨੀਆ ਜਿਹੜੀ ਪਾਪ ਦੀਆਂ ਗੱਲਾਂ ਦੇ ਵਿੱਚ, ਪਾਪ ਦੇ ਵਿੱਚ ਇੰਨੀ ਵਿਅਸਤ, ਇੰਨੀ ਮਗਨ ਆ, ਉੱਥੋਂ ਨਿਕਲਣਾ ਹੀ ਨਹੀਂ ਚਾਹੁੰਦੀ, ਉਹਦੇ 'ਚ ਇੰਜੋਏ ਕਰਦੇ ਆ। People are so involved in the sin that they don't want to come out of it. They enjoy it. ਤੁਹਾਡੇ ਵਿੱਚੋਂ ਕਿੰਨੇ ਲੋਕ ਨੇ ਜਿਹੜੇ ਸਾਧੂ ਸੁੰਦਰ ਸਿੰਘ ਨੂੰ ਜਾਣਦੇ ਆ? How many of you know about Sadhu Sundar Singh? ਜਿਨ੍ਹਾਂ ਨੇ ਸਾਧੂ ਸੁੰਦਰ ਸਿੰਘ ਬਾਰੇ ਸੁਣਿਆ ਹੋਇਆ, Or who they heard about Sadhu Sundar Singh? ਤੇ ਸਾਧੂ ਸੁੰਦਰ ਸਿੰਘ ਦੀਆਂ ਕੁਝ ਛੋਟੀਆਂ ਉਹਨਾਂ ਨੇ ਬੁਕਲੇਟਾਂ ਵੀ ਲਿਖੀਆਂ ਸੀ। He also wrote some small tiny booklets. ਜੇ ਕਿਸੇ ਨੇ ਪੜ੍ਹੀਆਂ ਫਿਰ ਤਾਂ ਬਹੁਤ ਵਧੀਆ ਗੱਲ ਹੈ, ਜੇ ਨਹੀਂ ਪੜ੍ਹੀਆਂ ਤਾਂ ਜ਼ਰੂਰ ਪੜ੍ਹਿਓ। If you have read about it, it's good. If you haven't, you should read it. ਅੱਜ ਕੱਲ੍ਹ ਸਾਰਾ ਕੁਝ ਆਨਲਾਈਨ ਅਵੇਲੇਬਲ ਆ, Because everything is available online. ਤੇ ਉਹ ਜਿਹੜੀਆਂ ਛੋਟੀਆਂ ਕਿਤਾਬਾਂ ਉਹਨਾਂ ਦੇ ਵਿੱਚ ਸਾਧੂ ਸੁੰਦਰ ਸਿੰਘ ਨੇ ਆਪਣੀਆਂ ਪਰਮੇਸ਼ਰ ਦੇ ਨਾਲ ਹੋਈਆਂ ਗੱਲਾਂ ਲਿਖੀਆਂ ਹੋਈਆਂ ਨੇ। Sadhu Sundar Singh wrote about his talking with the God, his conversation with the God in those books. ਆਪਣੀਆਂ ਗਵਾਹੀਆਂ ਲਿਖੀਆਂ ਹੋਈਆਂ ਨੇ, His testimonies. ਤੇ ਆਪਣੀ ਹੋਰ ਵੀ ਜਿਹੜੀਆਂ ਵੀ ਪਰਮੇਸ਼ਰ ਦੇ ਨਾਲ ਮੁਲਾਕਾਤਾਂ ਹੋਈਆਂ ਉਹ ਸਾਰੀਆਂ ਲਿਖੀਆਂ ਹੋਈਆਂ ਨੇ। And also his vision about God as well. He wrote down. ਇਸ ਕਰਕੇ ਉਹ ਜ਼ਰੂਰ ਪੜ੍ਹਿਓ। So you should read ਮੈਂ about ਇੱਕ it. ਗੱਲ ਦੱਸਣਾ ਚਾਹੁੰਦੀ ਹਾਂ। I want to tell you something. ਇਹ ਸਾਧੂ ਸੁੰਦਰ ਸਿੰਘ ਹੋਣਾ ਦਾ ਜਿਹੜਾ ਪਿੰਡ ਆ ਉਹ ਸਾਡੇ ਪਿੰਡ ਦੇ ਕੋਲ ਹੀ ਆ। The hometown of Sadhu Sundar Singh is near Aunt's village. ਮੈਂ ਇੱਕ ਵਾਰੀ ਇੰਡੀਆ ਗਈ ਹੋਈ ਸੀ, ਤਾਂ ਮੈਂ ਆਪਣੇ ਭਰਾ ਦੇ ਨਾਲ ਉੱਥੇ ਦੇਖਣ ਵਾਸਤੇ ਗਈ, ਉਹਨਾਂ ਦਾ ਜਿੱਥੇ ਸੀਗਾ ਸਾਰਾ। I went to India once and I went with Auntie ji went with her brother to visit his hometown. ਉੱਥੇ ਉਹਨਾਂ ਦੇ ਜਾ ਕੇ ਦੇਖਿਆ ਤਾਂ ਉਹਨਾਂ ਦਾ ਉਹ ਕਮਰਾ ਦੇਖਿਆ ਸੀ। When she went there, she saw his room. ਉੱਥੇ ਉਹਨਾਂ ਦੀ ਮਾਂ ਦੇ, ਜਿੱਥੇ ਉਹਦੀ ਮਾਂ ਮਤਲਬ ਸੁੰਦਰ ਸਿੰਘ ਹੋਣਾ ਦੀ ਮਦਰ ਸੀ, ਜਿਹੜੇ ਰੋਟੀ ਬਣਾਉਂਦੇ ਸੀ, ਉਹ ਚੁੱਲ੍ਹਾ ਵੀ ਸੀਗਾ ਉੱਥੇ ਬਣਿਆ ਹੋਇਆ। And oven where her mother used to cook roti. ਤੇ ਉਹਨਾਂ ਦਾ ਉੱਥੇ ਇੱਕ ਮੰਜਾ ਵੀ ਪਿਆ ਸੀ। And his bedstead as well. ਤੇ ਇੱਕ ਚੁਬਾਰਾ ਸੀ ਛੋਟਾ ਜਿਹਾ ਕੱਚਾ। And there was a room as well, one second floor as well. ਤੇ ਉਹ ਕੱਚੀਆਂ ਪੌੜੀਆਂ ਚੜ੍ਹਦੀਆਂ ਸੀ। And the stairs were made of mud. ਤੇ ਉਹ ਅਸੀਂ ਉੱਥੇ ਸਾਰਾ ਕੁਝ ਦੇਖਿਆ। We saw all of these things. ਤੇ ਉਸ ਰੂਮ ਦੇ ਵਿੱਚ ਇੱਕ ਰੋਸ਼ਨਦਾਨ ਸੀ, ਜਿੱਥੋਂ ਦੀ ਪ੍ਰਭੂ ਯਿਸੂ ਮਸੀਹ ਦੀ ਲਾਈਟ ਨੇ ਉਹਨਾਂ ਨੂੰ ਛੂਹਿਆ ਸੀ। And there was a window in that room where Jesus' light touched him. ਤੇ ਉਹ ਲਾਈਟ ਉਸ ਤੋਂ ਬਾਅਦ ਫਿਰ ਉਹਨਾਂ ਦਾ ਜੀਵਨ ਬਦਲ ਗਿਆ। After that, his life got changed. 1899 ਦੇ ਵਿੱਚ ਉਹਨਾਂ ਦਾ ਬਰਥ ਹੋਇਆ ਸੀ। In 1889 was his birth month.
ਤੇ here. ਉਸ ਤੋਂ ਬਾਅਦ ਜਦੋਂ ਕੁਝ ਸਾਲਾਂ ਤੋਂ ਬਾਅਦ ਪਾਸਟਰ ਜੀ ਤੇ ਆਦਾ ਜਾਂਦੇ ਹੈਗੇ ਨੇ ਇੰਡੀਆ ਨੂੰ, After a few years, when Pastor Ji and other sister went there, ਮੈਂ ਵੀ ਨਾਲ ਹੀ ਸੀ aunties were with them ਤੇ too. ਮੈਂ ਕਿਹਾ ਵੀ ਚਲੋ ਆਪਾਂ ਸਾਧ ਸੁੰਦਰ ਸਿੰਘ ਹੋਣਾ ਦਾ ਉੱਥੇ ਦਰਸ਼ਨ ਕਰਕੇ ਆਈਏ ਚਾਹੀਏ। And she thought we should go and visit his place as ਉਹ well. ਜਿੱਥੇ ਉਹਨਾਂ ਨੇ ਘਰ ਬਣਾਇਆ, ਜਿੱਥੇ ਸਾਧ ਸੁੰਦਰ ਸਿੰਘ ਹੋਣਾ ਦਾ ਘਰ ਸੀਗਾ, ਉਹਨਾਂ ਦੇ ਨਾਲ ਇੱਕ ਪਲਾਟ ਜਿਹਦੇ ਵਿੱਚ ਇੱਕ ਵਧੀਆ ਸੋਹਣਾ ਬਣਾ ਕੇ ਤੇ ਇੱਕ ਸਾਊਥ ਇੰਡੀਅਨ ਫੈਮਿਲੀ ਸੀ, ਉਹਨਾਂ ਨੇ ਚਰਚ ਬਣਾ ਲਿਆ ਉੱਥੇ। And where his house was, there was a church as well. It was made by South Indian family. ਤੇ ਅਸੀਂ ਉੱਥੇ ਉਹਨਾਂ ਦੇ ਚਰਚ ਵਾਲੇ ਪਾਸੇ ਨੂੰ ਪਹਿਲਾਂ ਗਏ। So they went there to visit the church first. ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਦੇਖਣਾ ਵਾ ਉਹ ਜਿੱਥੇ ਸਾਧ ਸੁੰਦਰ ਸਿੰਘ ਹੋਣਾ ਦੀਆਂ ਯਾਦਾਂ ਨੇ ਉਹ ਦੇਖਣੀਆਂ ਨੇ। And they asked them that we want to see the memories of Sadhu Sundar Singh. ਹੋਇਆ ਕਿ ਜਦੋਂ ਅਸੀਂ ਉੱਥੇ ਗਏ ਤਾਂ ਉਹ ਭਾਈ ਸਾਨੂੰ ਜਿਹੜੇ ਪਾਸਟਰ ਸੀਗਾ ਉਹ ਸਾਨੂੰ ਲੈ ਕੇ ਮੂਹਰੇ ਤੁਰਿਆ। What happened when they went there? The South Indian people were leading them, ਤੇ ਉਹ ਕੀ ਸੀ, ਸਾਰੀਆਂ ਇੱਟਾਂ ਦਾ ਢੇਰ ਲੱਗਿਆ ਪਿਆ ਸੀ। and it was demolished. ਪਤਾ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਹ ਸਾਰਾ ਕੁਝ ਢਾਤਾ। You know what happened? They demolished everything. All ਮੇਰਾ the ਇੰਨਾ memories. ਮਨ ਉਦਾਸ ਹੋਇਆ ਨਾ, ਉਹਨਾਂ ਦੀ ਸਾਰੀ ਮੈਮਰੀਜ਼ ਜਿਹੜੀ ਸੀ ਉਹਨਾਂ ਨੇ ਪਾਣੀ ਫੇਰਤਾ ਉੱਤੇ। I felt so bad. More. ਤੇ ਚਲੋ ਇਹ ਤਾਂ ਕੀਤਾ, ਪਰ ਸਾਡਾ ਮਨ ਬਹੁਤ ਉਦਾਸ ਹੋਇਆ ਕਿਉਂਕਿ ਉਹ ਇੱਕ ਐਸੀ ਚੀਜ਼ ਸੀਗੀ ਜਿਹਨੂੰ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਸੀ। We felt so bad because it was a memory. People come from far and near to visit it. ਤੇ ਦੱਸਣਾ ਇੱਥੇ ਕੀ ਚਾਹੁੰਦੇ ਆ, ਜਿਹੜੇ ਸਾਧੂ ਸੁੰਦਰ ਸਿੰਘ ਸੀਗੇ ਉਹ ਇੱਕ ਐਵੈਂਜਲਿਜ਼ਮ ਕਰਦੇ ਸੀਗੇ, ਐਵੈਂਜਲਿਸਟ ਸੀਗੇ। But we want to tell you, Sadhu Sundar Singh was evangelist. ਤੇ ਉਹਨਾਂ ਨੇ ਆਪਣੀ ਇੱਕ ਕਿਤਾਬ ਦੇ ਵਿੱਚ ਇੱਕ ਕਹਾਣੀ ਲਿਖੀ ਕਿ ਜਦੋਂ ਉਹ ਪਹਾੜਾਂ ਤੇ ਗਏ He wrote a story about his journey in the ਤੇ mountains. ਪਹਾੜਾਂ ਤੇ ਜਾ ਕੇ ਉਹ ਉੱਥੇ ਇੱਕ ਹੱਟ ਦੇ ਵਿੱਚ ਇੱਕ ਝੌਂਪੜੀ ਦੇ ਵਿੱਚ ਰਹਿੰਦੇ ਸੀਗੇ। He used to live in a hut over there. ਉਤੋਂ ਗਰਮੀਆਂ ਦੇ ਦਿਨ ਸੀ ਤੇ ਕਹਿੰਦੇ ਕਿ ਵੀ ਮੈਂ ਉੱਥੋਂ ਆਣ ਕੇ ਪਹਾੜਾਂ ਦੇ ਵਿੱਚ ਜਿੱਥੇ ਪਾਣੀ ਅਵੇਲੇਬਲ ਸੀਗਾ ਉਸ ਥਾਂ ਦੇ ਉੱਤੇ ਨਹਾਉਣ ਵਾਸਤੇ ਆਏ ਤਲਾਬ ਤੇ। It was a summer season and he said, I went to a pond to take a bath. ਤੇ ਜਦੋਂ ਉਹ ਉੱਥੇ ਨਹਾਉਣ ਆਏ ਤਾਂ ਕੁਝ ਪਾਣੀ ਦੇ ਵਿੱਚ, ਕਹਿੰਦੇ ਗਰਮੀਆਂ ਸੀਗੀਆਂ, ਪਾਣੀ ਦੇ ਵਿੱਚ ਕੁਝ ਚਿਰ ਬੈਠਣ ਤੋਂ ਬਾਅਦ ਜਦੋਂ ਬਾਹਰ ਨਿਕਲੇ ਤੇ ਕੱਪੜੇ ਵਗੈਰਾ ਚੇਂਜ ਕਰਕੇ So it was a summer, so he stayed in the water for a while and then he changed his clothes. ਤੇ ਜਦੋਂ ਚੇਂਜ ਕਰਕੇ ਤੁਰਨ ਲੱਗੇ ਤਾਂ ਉਹਨਾਂ ਨੇ ਇੱਕ ਆਪਣਾ ਘੜਾ ਵੀ ਨਾਲ ਲੈ ਕੇ ਆਂਦਾ ਹੋਇਆ ਸੀ And he also bring a pot with him as well, ਕਿਉਂਕਿ ਉਸ ਥਾਂ ਦੇ ਉੱਤੇ ਹੀ ਇੱਕ ਪਾਣੀ ਪੀਣ ਵਾਲੇ ਦਾ ਝਰਨਾ ਵੀ ਸੀਗਾ because there was a fountain of drinking water ਤੇ as well. ਉਹਨਾਂ ਨੇ ਉਹ ਜਿਹੜਾ ਪਾਣੀ ਸੀਗਾ, ਘੜਾ ਸੀਗਾ ਪਾਣੀ ਦਾ ਭਰ ਲਿਆ So he filled the pot with water ਤੇ ਉਹ ਆਪਣੇ ਮੋਢੇ ਦੇ ਉੱਤੇ ਰੱਖ ਕੇ ਤੁਰੇ ਜਾਂਦੇ ਆ। and he put it on his shoulder and start walking. ਜਦੋਂ 10-15 ਮਿੰਟ ਜੇ ਗਏ ਤਾਂ ਉਹਨਾਂ ਦਾ ਮੋਢਾ ਥੱਕ ਗਿਆ। And after 10-15 minutes, he feel tired. ਕਹਿੰਦੇ ਕਿ ਵੀ ਮੈਂ ਉਸ ਘੜੇ ਨੂੰ ਲਾ ਕੇ ਥੋੜੀ ਦੇਰ ਰੱਖ ਲਿਆ ਤੇ ਮੈਂ ਥੋੜਾ ਜਿਹਾ 5-7 ਮਿੰਟ ਰੈਸਟ ਕੀਤਾ। He said, I take the pot down and put it down and rest for a few minutes. ਜਦੋਂ ਫਿਰ ਉਹ ਤੁਰ ਪਏ 10-15 ਮਿੰਟ ਬਾਅਦ ਫਿਰ ਕਹਿੰਦੇ ਕਿ ਮੇਰਾ ਮੋਢਾ ਦੁਖਣ ਲੱਗ ਗਿਆ। And when he started walking after 10-15 minutes, he said, my shoulders start hurting. ਇਹ 3-4 ਵਾਰੀ ਹੋਇਆ ਉਹਨਾਂ ਦੇ ਘਰ ਪਹੁੰਚਦਿਆਂ ਤੱਕ। It happened 3-4 times until he reaches ਕਹਿੰਦੇ home. ਜਦੋਂ ਮੈਂ ਆਪਣੀ ਝੌਂਪੜੀ ਦੇ ਵਿੱਚ ਪਹੁੰਚਿਆ So he said, when I reached in my hut, ਤੇ ਮੈਨੂੰ ਪਰਮੇਸ਼ਰ ਦੀ ਆਵਾਜ਼ ਆਈ। I could hear the voice of God. ਪਰਮੇਸ਼ਰ ਕਹਿੰਦੇ ਸਾਧੂ ਸੁੰਦਰ ਸਿੰਘ, Lord said, Sadhu Sundar Singh, ਜਦੋਂ ਤੂੰ ਉਹ ਪਾਣੀ ਇੰਨੇ ਦੇ ਵਿੱਚ ਸੀ ਜਿਹੜਾ ਕਿ ਕੁਆਂਟਲਾਂ ਦੇ ਹਿਸਾਬ ਨਾਲ ਪਾਣੀ ਸੀ, ਉਦੋਂ ਤਾਂ ਤੈਨੂੰ ਭਾਰ ਮਲੂਮ ਨਹੀਂ ਹੋਇਆ। you didn't feel the burden when you were under the pond, under the tons of water. ਕਹਿੰਦੇ ਆ 5-7 ਕਿਲੋ ਦਾ ਪਾਣੀ ਦੇ ਨਾਲ ਤੂੰ ਰਾਹ ਦੇ ਵਿੱਚ 4-5 ਵਾਰੀ ਠਹਿਰਿਆ। And you stopped 4-5 times with this 5 kg water. ਪਰਮੇਸ਼ਰ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਪਾਪ ਆ ਦੁਨੀਆ ਦੇ ਵਿੱਚ। And God says, similar ways there is ਜਦੋਂ sin. ਦੁਨੀਆ ਪਾਪ ਦੇ ਵਿੱਚ ਰਹਿੰਦੀ ਆ ਉਹਨਾਂ ਨੂੰ ਭਾਰ ਮਲੂਮ ਨਹੀਂ ਹੁੰਦਾ, When people live in the sin, they don't ਉਹ feel ਉਵੇਂ ਹੀ it. ਚੱਲਦੇ ਰਹਿੰਦੇ ਆ। They keep walking. ਜਿਉਂ ਹੀ ਉਹ ਕੋਈ ਪਰਮੇਸ਼ਰ ਦੇ ਵਿੱਚ ਆ ਜਾਂਦੇ ਆਪਣੇ ਭਾਰਾਂ ਚੋਂ ਨਿਕਲ ਕੇ, When they come to the God, come out of their burdens, ਉਹ ਰਾਹਤ ਮਹਿਸੂਸ ਕਰਦੇ ਆ। they feel rest. ਤੇ ਜੇ ਕੁਝ ਥੋੜੇ ਚਿਰ ਬਾਅਦ ਉਹਨਾਂ ਦੇ ਉੱਤੇ ਫਿਰ ਵੀ ਕੋਈ ਛੋਟਾ-ਮੋਟਾ ਦੁੱਖ ਆ ਜਾਂਦਾ And after some time, if they have to suffer from a pain, ਤਾਂ ਉਹਨਾਂ ਨੂੰ ਉਹ ਸਹਿਣਾ ਔਖਾ ਹੋ ਜਾਂਦਾ। and they feel it hard, ਇਹੀ ਕਾਰਨ ਆ ਵੀ ਉਹ ਜਿੱਥੇ ਹੈਗੇ ਉੱਥੇ ਹੀ ਰਹਿਣਾ ਚਾਹੁੰਦੇ ਆ ਬਹੁਤੀ ਦੁਨੀਆ। that's why they want to stay in their sins. ਤੇ ਇਹ ਤਾਂ ਆਪਣੀ ਜਨਰਲ ਗੱਲ ਸੀਗੀ ਜਿਹੜੀ ਆਪਾਂ ਕੀਤੀ ਆ ਹੁਣ। It's just a general talking we talk ਪਰ about. ਅੱਜ ਆਪਾਂ ਜਿਹੜਾ ਮੈਸੇਜ ਦੇ ਵਿੱਚ ਕੀ ਦੇਖਾਂਗੇ But we're going to see in the message, ਕਿ ਜਿਹੜੇ ਲੋਕ ਨੇ ਉਹ ਪਰਮੇਸ਼ਰ ਨੂੰ ਕਾਹਤੋਂ ਨਹੀਂ ਜਾਣਨਾ ਚਾਹੁੰਦੇ।
that why people do not want to know about God. ਆਪਾਂ ਕੁਝ ਰੁਕਾਵਟਾਂ ਦੇਖਾਂਗੇ ਜਿਹੜੀਆਂ ਲੋਕਾਂ ਦੇ ਰਾਹ ਦੇ ਵਿੱਚ ਆਉਂਦੀਆਂ ਨੇ We'll see some hindrances that come into their ways. ਤੇ ਉਸ ਤੋਂ ਬਾਅਦ ਸ਼ਾਰਟ ਦੇ ਵਿੱਚ ਆਪਾਂ ਦੇਖਾਂਗੇ ਵੀ ਉਹ ਰੁਕਾਵਟਾਂ ਨੂੰ ਨਿਕਲਣ ਉਹਨਾਂ ਦੇ ਵਿੱਚੋਂ ਕੱਢਣ ਦੇ ਵਾਸਤੇ ਆਪਾਂ ਉਹਨਾਂ ਲੋਕਾਂ ਦੀ ਕੀ ਹੈਲਪ ਕਰ ਸਕਦੇ ਹਾਂ Then we will see how can we help them to come out of those hindrances. ਕਿਉਂਕਿ ਪਰਮੇਸ਼ਰ ਨੇ ਆਪਣੇ ਤੇ ਇਹ ਜ਼ਿੰਮੇਵਾਰੀ ਪਾਈ ਹੈਗੀ ਆ ਕਿ ਲੋਕਾਂ ਨੂੰ ਦੱਸੋ ਜਾ ਕੇ ਲੋਕਾਂ ਨੂੰ ਪਰਮੇਸ਼ਰ ਪ੍ਰਭੂ ਯਿਸੂ ਦੇ ਚੇਲੇ ਬਣਾਓ ਤੇ ਉਹਨਾਂ ਨੂੰ ਉਸ ਪਾਪ ਭਰੀ ਦੁਨੀਆ ਦੇ ਵਿੱਚੋਂ ਕੱਢੋ God given us a responsibility to tell people about Jesus Christ, to make them disciple of Jesus Christ and took them out of those sins. ਸੋ ਆਪਾਂ ਸਿਰਫ ਗਿਣਤੀ ਦੀਆਂ 5 ਜਿਹੜੀਆਂ ਹੈਗੀਆਂ ਰੁਕਾਵਟਾਂ ਮੇਨ ਦੇਖਾਂਗੇ We'll see 5 main hindrances. ਬਹੁਤ ਨੇ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਘੱਟ ਤੋਂ ਘੱਟ ਇੱਕ ਤਾਂ ਹੈਗੀ ਹੋਈ ਆ ਇਹ ਦੇਖ ਲਓ ਵੀ ਦੁਨੀਆ ਕਿੱਥੇ ਆ There are a lot and everyone has at least one in their life and you ਸੋ can see ਸਭ the ਤੋਂ one. ਪਹਿਲਾਂ ਆਪਾਂ ਦੇਖਦੇ ਹਾਂ First of all we'll see ਇਹ ਬਹੁਤ ਹੀ ਭਾਰੀ ਰੁਕਾਵਟ ਆ it is a big hindrance. ਇਹਦੇ ਵਿੱਚ ਆਪਾਂ ਪਹਿਲਾਂ ਇੱਕ ਵਚਨ ਪੜ੍ਹਦੇ ਹਾਂ ਯੋਹੰਨਾ 3:19 ਤੇ 20 We'll read word of God John 3:19 and 20. ਇੰਗਲਿਸ਼ ਦੇ ਵਿੱਚ ਪੜਾਂਗੇ ਨਾ And this is the condemnation that the light has come into the world and men love darkness rather than light because their deeds were evil. For everyone practicing evil hates the light and does not come to the light lest his deeds should be exposed. ਦੇਖੋ ਕਹਿੰਦੇ ਕਿ ਬਈ ਚਾਨਣ ਸੰਸਾਰ ਦੇ ਵਿੱਚ ਆਇਆ ਪਰ ਮਨੁੱਖਾਂ ਨੇ ਚਾਨਣ ਦੀ ਥਾਂ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸੀ See, it says light come into the world, but people didn't love the light, they loved the darkness because their deeds were evil. ਵੀ ਜੋ ਕੋਈ ਬੁਰੇ ਕੰਮ ਕਰਦਾ ਉਹ ਚਾਨਣ ਨੂੰ ਨਫ਼ਰਤ ਕਰਦਾ ਆ Those who do the evil deeds, they hate the light. ਕਾਹਤੋਂ ਕਿਉਂਕਿ ਜੇ ਚਾਨਣ ਚਾਹੁੰਦੇ ਆ ਤਾਂ ਕਿ ਉਹਨਾਂ ਦੇ ਜਿਹੜੇ ਕੰਮ ਨੇ ਉਹ ਪ੍ਰਗਟ ਨਾ ਹੋ ਜਾਣ ਜ਼ਾਹਿਰ ਨਾ ਹੋ ਜਾਣ Why? Because if they come to the light, their evil deeds will come into the world. ਹੁਣ ਆਪਾਂ ਮੇਰਾ ਖਿਆਲ ਨਹੀਂ ਵੀ ਇਸ ਵਰਸ ਨੂੰ ਆਪਾਂ ਨੂੰ ਐਕਸਪਲੇਨ ਕਰਨ ਦੀ ਲੋੜ ਆ I don't think so we should explain this verse. ਕਿਉਂਕਿ ਇਹ ਆਲਰੇਡੀ ਹੋਈ ਸਾਰੀ ਆਪਣੀ ਗੱਲ ਦੱਸ ਰਹੀ ਆ Because it's already explaining itself. ਪਰ ਇੱਥੇ ਮੈਥਿਊ ਦੀ ਕਿਤਾਬ ਉਹਦੇ 23:29 ਦੇ ਵਿੱਚ ਲਿਖਿਆ ਹੋਇਆ In Matthew 23:29, ਇਹਦੇ ਵਿੱਚ ਲਿਖਿਆ ਕਹਿੰਦਾ ਕਿ ਅਫਸੋਸ ਹੈ ਤੁਹਾਡੇ ਉੱਤੇ ਜਿਹੜੇ ਕਿ ਇਹੋ ਜਿਹੇ ਕੰਮ ਕਰਦੇ ਨੇ ਜਿਹੜੇ ਕਿ ਤੁਹਾਡੇ ਪੁਰਖਿਆਂ ਨੇ ਕੀਤੇ ਸੀ it says, Woe to you, scribes and Pharisees, hypocrites, because you build the tombs of the prophets and adorn the monuments of the righteous. ਕਹਿੰਦਾ ਤੁਹਾਡੇ ਕੰਮ ਖੁਦ ਹੀ ਗਵਾਹੀ ਦਿੰਦੇ ਨੇ ਇਸ ਗੱਲ ਦੀ It says your deeds testify you. ਆਪਣੇ ਆਪ ਨੂੰ ਪਰਮੇਸ਼ਰ ਦੇ ਵਚਨ ਲਿਖਿਆ ਵੀ ਆਪਣੇ ਆਪ ਨੂੰ ਤੁਸੀਂ ਨਿਰਦੋਸ਼ੀ ਵੀ ਕਹਿੰਦੇ ਹੋ ਬੁਰੇ ਕੰਮ ਵੀ ਕਰਦੇ ਹੋ In the word of God it says you call yourself innocent and you still do evil deeds. ਇਹਦੇ ਵਿੱਚ ਬੁੱਕ ਆਫ ਜੋਬ ਦੀ ਕਿਤਾਬ ਅਯੂਬ ਦੀ ਕਿਤਾਬ ਉਹਦੇ 9ਵੇਂ ਦੀ 20 ਦੇ ਵਿੱਚ ਲਿਖਿਆ ਹੋਇਆ In Job 9:20 ਆਪਾਂ ਇੰਗਲਿਸ਼ ਚ ਪੜ੍ਹਦੇ ਹਾਂ ਪਹਿਲਾਂ it says, Though I were righteous, my own mouth would condemn me. Though I were blameless, it would prove me perverse. ਕਹਿੰਦਾ ਕਿ ਭਾਵੇਂ ਮੈਂ ਆਪਣੇ ਆਪ ਨੂੰ ਨਿਰਦੋਸ਼ੀ ਵੀ ਕਿਉਂ ਨਾ ਸਮਝਾਂ ਪਰ ਮੇਰੇ ਕੰਮ ਆ ਜਿਹੜੇ ਮੈਨੂੰ ਦੋਸ਼ੀ ਸਿੱਧ ਕਰਨਗੇ ਪਰਮੇਸ਼ਰ ਦੇ ਮੂਹਰੇ It says, though I believe I am blameless, but my deeds will witness my ਸੋ evil ਇਹ deeds. ਜਿਹੜੇ ਜਿੱਦਣ ਜੱਜਮੈਂਟ ਹੋਣੀ ਆ ਉਦਣ ਹੈ ਜਿਹੜੇ ਬੁਰੇ ਕੰਮ ਨੇ ਇਹਨਾਂ ਨੇ ਆਪ ਹੀ ਗਵਾਹੀ ਦੇਣੀ ਆ ਇਹ ਰੀਜ਼ਨ ਆ ਜਿਹਦੇ ਕਰਕੇ ਬੁਰੇ ਕੰਮਾਂ ਦੇ ਕਰਕੇ ਲੋਕ ਪਰਮੇਸ਼ਰ ਵੱਲ ਆਉਣਾ ਨਹੀਂ ਚਾਹੁੰਦੇ On the day of judgment, these evil deeds testify themselves. That's why people doesn't want to come to the God. ਤੇ ਦੂਸਰਾ ਆਪਾਂ ਇਹ ਹੋ ਗਿਆ ਪਹਿਲਾ ਬੁਰੇ ਕੰਮ ਉਹਨਾਂ ਦੇ ਦੂਸਰੀ ਆਪਾਂ ਨੰਬਰ ਦੇ ਵਿੱਚ ਦੇਖਦੇ ਹੈਗੇ ਆ ਪੜਾਂਗੇ ਜੌਨ 5:39 Okay, we'll read John 5:39. ਪ੍ਰਭੂ ਯਿਸੂ ਕਹਿੰਦੇ ਕਿ ਤੁਸੀਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਹੋ Lord said, you search the scriptures, ਅੱਗੇ for in them you think you have eternal life, and these are they which testify me. ਕਹਿੰਦੇ ਕਿ ਤੁਸੀਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਹੋ ਤੇ ਤੁਸੀਂ ਧਰਮ ਗ੍ਰੰਥਾਂ ਦੇ ਵਿੱਚੋਂ ਲੱਭਦੇ ਹੋ ਵੀ ਸਾਨੂੰ ਅਨੰਤ ਜੀਵਨ ਜਿਹੜੀ ਮੁਕਤੀ ਆ ਉਸ ਥਾਂ ਤੋਂ ਮਿਲੂਗੀ ਪਰ ਤੁਹਾਨੂੰ ਇਹ ਨਹੀਂ ਪਤਾ ਵੀ ਇਹ ਜਿਹੜੇ ਧਰਮ ਗ੍ਰੰਥ ਨੇ ਇਹ ਮੇਰੇ ਬਾਰੇ ਹੀ ਗਵਾਹੀ ਦਿੰਦੇ ਨੇ ਮੇਰੇ ਬਾਰੇ ਹੀ ਦੱਸਦੇ ਨੇ Yeah, he said you read the scriptures and you find that you try to find the eternal life, but you don't know these scriptures testifies me. ਤੇ ਕਾਰਨ ਤਾਂ ਆਪਾਂ ਰੁਕਾਵਟ ਕੀ ਦੇਖਦੇ ਆ
ਵੀ ਰੂਹਾਨੀ ਅੰਨਾਪਣ। So we'll see the second hindrance is the spiritual blindness. ਕੀ ਆ ਸਪਿਰਚੁਅਲ ਬਲਾਈਂਡਨੈਸ ਆ ਜਿਹੜੀ? ਕੀ ਕਰਦੇ ਆ ਲੋਕ ਜਿਹੜੇ ਧਰਮਾਂ ਵਾਲੇ ਨੇ ਲੋਕ ਜਾਂ ਜਿਹੜੇ ਪਰਮੇਸ਼ਰ ਪ੍ਰਭੂ ਯਿਸੂ ਨੂੰ ਜਾਣਨਾ ਨਹੀਂ ਚਾਹੁੰਦੇ, ਤੀਰਥਾਂ ਵਗੈਰਾ ਤੇ ਜਾਂਦੇ ਨੇ? Okay, what is the spiritual blindness? Those people who follow the religion or go to pilgrimage, they don't want to go to Jesus. ਬਲੀਆਂ ਚੜਾਵੇ ਚੜਾਉਂਦੇ ਨੇ, They offer sacrifice, ਤੇ ਮੂਰਤੀ ਪੂਜਾ ਕਰਦੇ ਨੇ, they worship idol, ਮੱਥੇ ਟੇਕਦੇ ਨੇ। they bow down. ਪਰ ਹਿਬਰੂ ਦੀ ਕਿਤਾਬ 9:25 ਦੇ ਵਿੱਚ ਲਿਖਿਆ ਹੋਇਆ ਕਹਿੰਦਾ ਕਿ ਵੀ ਲੋਕ ਬਰੇ ਦੀ ਬਰੇ ਹਰ ਸਾਲ ਜਾ ਕੇ ਉੱਥੇ ਬਲੀਆਂ ਚੜਾਉਂਦੇ ਨੇ। In Hebrew 9:25, it says people go every year to offer sacrifice. ਪਰ ਗਾਹਾਂ ਜਾ ਕੇ ਲਿਖਦੇ ਆ ਹਿਬਰੂ 10:3 ਦੇ ਵਿੱਚ 10:3 ਦੇ ਵਿੱਚ ਲਿਖਿਆ ਕਹਿੰਦੇ ਪਰ ਜਦੋਂ ਇਹ ਉੱਥੇ ਬਲੀਆਂ ਚੜਾਉਂਦੇ ਨੇ ਉੱਥੇ ਜਾ ਕੇ ਇਹਨਾਂ ਦੇ ਪਾਪਾਂ ਦੀ ਯਾਦ ਹੀ ਤਾਜ਼ਾ ਹੁੰਦੀ ਆ, ਫੈਰਾ ਫੂਰਾ ਕੋਈ ਨਹੀਂ ਹੁੰਦਾ। But it says in Hebrew 10:3, but in those sacrifice there is a reminder of sins every year. ਪਰ ਇਹ ਜਿਹੜੀ ਅੰਨੇਪਣ, ਜਿਹੜਾ ਰੂਹਾਨੀ ਅੰਨਾਪਣ ਆ, ਇਹ ਪਰਮੇਸ਼ਰ ਤੋਂ ਲੋਕਾਂ ਨੂੰ ਦੂਰ ਰੱਖਦਾ ਆ ਤੇ ਲੋਕਾਂ ਨੂੰ ਪਰਮੇਸ਼ਰ ਦੇ ਵੱਲ ਆਉਣ ਨਹੀਂ ਦੇਣਾ ਚਾਹੁੰਦਾ। So this spiritual blindness keep people away from Lord, and He doesn't want people to come to the Lord. ਤੇ ਉਹਦੇ ਵੱਲ ਨਹੀਂ ਆਉਣ ਦੇਣਾ ਚਾਹੁੰਦਾ ਜਿਹੜਾ ਕਿ ਮੁਕਤੀ ਦਾ ਰਾਹ ਦੱਸਦਾ, ਜਿਹੜਾ ਮੁਕਤੀ ਦਾ ਰਾਹ ਲੈ ਕੇ ਆਇਆ। It doesn't let people come to who bring the way of salvation. ਸੋ ਪਹਿਲਾਂ ਆਪਾਂ ਦੇਖਿਆ ਉਹਨਾਂ ਦੇ ਕੰਮ ਬੁਰੇ ਸੀ, ਦੂਸਰਾ ਆਪਾਂ ਦੇਖਿਆ ਕਿ ਰੂਹਾਨੀ ਅੰਨਾਪਣ। So first of all, we saw their evil deeds, and second one is spiritual blindness. ਤੇ ਤੀਸਰੇ ਨੰਬਰ ਦੇ ਉੱਤੇ ਇੱਕ ਹੋਰ ਬੜੀ ਹੈਰਾਨ ਕਰਨ ਦੇਣ ਵਾਲੀ ਰੁਕਾਵਟ ਆ। And the third one is very surprising thing. ਪਤਾ ਉਹ ਰੁਕਾਵਟ ਕੀ ਆ? ਉਹ ਰੁਕਾਵਟ ਇਹ ਹੈ ਕਿ ਲੋਕਾਂ ਨੂੰ ਬਾਹਰਲਿਆਂ ਨੂੰ ਪਤਾ ਹੀ ਨਹੀਂ ਵੀ ਪਾਪ ਹੁੰਦਾ ਕੀ ਚੀਜ਼ ਆ। And you know what the third hindrance is? It is like people don't know what is the sin. ਆਪਾਂ ਸਾਰੇ ਜਿੰਨੇ ਇੱਥੇ ਬੈਠੇ ਆ, ਆਪਾਂ ਵੀ ਉਹਨਾਂ ਥਾਵਾਂ ਤੋਂ ਆਏ ਆ ਜਿੱਥੇ ਅੱਜ ਉਹ ਲੋਕ ਨੇ। And we came from the same place too. ਕੀ ਆਪਾਂ ਨੂੰ ਕਦੇ ਕਿਸੇ ਨੇ ਪਾਪ ਬਾਰੇ ਜਾਂ ਮੌਤ ਬਾਰੇ ਜਾਂ ਨਰਕ ਬਾਰੇ ਦੱਸਿਆ ਸੀ? Have anyone ever told about us about sin, hell, or anything? ਕੀ ਦੱਸਦੇ ਸੀ? ਚੰਗੀਆਂ ਚੰਗੀਆਂ ਗੱਲਾਂ, ਚੰਗੀਆਂ ਚੰਗੀਆਂ ਗੱਲਾਂ, ਬਸ ਚੰਗੀਆਂ ਚੰਗੀਆਂ ਗੱਲਾਂ। ਨਾ ਪਾਪ ਕੀ ਆ, ਨਾ ਮੌਤ। ਇਹੀ ਕਾਰਨ ਆ ਲੋਕ ਪਾਪ ਦਾ ਨਾਂ ਲਏ ਤੇ ਲੋਕ ਮੌਤ ਦਾ ਨਾਂ ਲਏ ਤੇ ਲੋਕ ਨਰਕ ਦਾ ਨਾਂ ਲਏ ਤੇ ਡਰਦੇ ਨੇ। We heard only good things. We didn't hear anything about death or hell. That's why people are afraid of death. ਸੇ ਪਾਪ ਦਾ ਉਹਨਾਂ ਨੂੰ ਪਤਾ ਹੀ ਨਹੀਂ, ਜਿਹੜਾ ਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਅੰਦਰੋਂ ਘੁਣ ਦੀ ਤਰ੍ਹਾਂ, ਦੀਮਕ ਦੀ ਤਰ੍ਹਾਂ ਖਾਈ ਜਾ ਰਿਹਾ। And they don't know about sin, which is eating them like a termite. ਤੇ ਲੋਕ ਨੇ ਜਿਹੜੇ ਉਹ ਖੁੱਲੇ ਰਾਹ ਦੇ ਉੱਤੇ ਤੁਰੇ ਹੋਏ ਨੇ ਤੇ ਨਰਕਾਂ ਨੂੰ ਜਾਈ ਜਾਂਦੇ ਆ। And people are following the wide ways because it takes them to the ਆਪਾਂ hell. ਇੰਗਲਿਸ਼ ਦੇ ਵਿੱਚ ਇੱਕ ਵਚਨ ਪੜ੍ਹਦੇ ਆ 2 Corinthians 4:4। You will read 2 Corinthians 4:4. ਲਿਖਿਆ ਕਿ ਇਸ ਯੁੱਗ ਦੇ ਈਸ਼ਰ ਨੇ, ਇਸ ਯੁੱਗ ਦਾ ਜਿਹੜਾ ਅੱਜ ਦਾ ਸਮਾਂ, ਅੱਜ ਯੁੱਗ ਦਾ ਸਮਾਂ ਈਸ਼ਰ ਆ, ਇਹਨੇ ਵਿਸ਼ਵਾਸੀਆਂ ਦੇ ਮਨਾਂ ਨੂੰ ਹਨੇਰਾ ਕਰ ਰੱਖਿਆ। It says, whose mind the God of this age has blinded, who don't know believe, lest the light of the gospel of the glory of Christ, who is the image of God, should shine on them. ਹਾਂ, ਉਹ ਜਾਣਨਾ ਨਹੀਂ ਚਾਹੁੰਦੇ ਸ਼ੁਭ ਸਮਾਚਾਰ ਨੂੰ, ਜਿਹੜਾ ਕਿ ਮਸੀਹ ਦਾ ਤੇਜ ਆ ਜਿਹੜਾ ਉਹਨਾਂ ਦੇ ਉੱਤੇ ਲੈ ਕੇ ਆਉਂਦਾ ਆ। They don't want to know about the gospel which bring the light of Christ on them. ਹੁਣ ਕੌਣ ਆ ਈਸ਼ਵਰ? ਕੌਣ ਆ ਇਸ ਯੁੱਗ ਦਾ? Who is the God of this age? ਸ਼ੈਤਾਨ। Demon. ਤੇ ਸ਼ੁਭ ਸਮਾਚਾਰ ਕੀ ਆ? ਮਸੀਹ। And what is the gospel? It's Christ. ਤੇ ਆਪਾਂ ਜਿਵੇਂ ਪਹਿਲਾਂ ਦੇਖਦੇ ਆ ਰਹੇ, ਇਹ ਦੋਨੋਂ ਹੀ ਤਾਕਤਾਂ ਆਪਸ ਵਿੱਚ ਲੜ ਰਹੀਆਂ ਨੇ। And we have seen it earlier, these both powers are fighting with each other. ਜਾਣੀ ਕਿ ਚਾਨਣ ਦੀ ਤੇ ਹਨੇਰੇ ਦੀ ਲੜਾਈ ਹੋ ਰਹੀ ਆ। Means a war of light and darkness. ਆਪਾਂ ਨੂੰ ਪਤਾ ਵੀ ਸਵਰਗਾਂ ਦੇ ਵਿੱਚ, ਸਮਾਨਾਂ ਤੇ ਰੈਲਮ ਦੇ ਵਿੱਚ ਇਹ ਦੋਨੇ ਸ਼ਕਤੀਆਂ ਜਿਹੜੀਆਂ ਆਪਸ ਵਿੱਚ ਲੜ ਰਹੀਆਂ ਨੇ। We know in the realm of heaven, these both powers are fighting with each other. ਜਿਹੜਾ ਸ਼ੈਤਾਨ ਆ ਉਹ ਕਹਿੰਦਾ ਕਿ ਮੈਂ ਹਰ ਇੱਕ ਨੂੰ ਉੱਥੇ ਹੀ ਲੈ ਕੇ ਜਾਊਂ ਜਿੱਥੇ ਮੈਂ ਜਾਣਾ, ਭਾਵ ਨਰਕ ਦੇ ਵਿੱਚ। And demon says, I'll take everyone with me to the hell. ਪਰ ਪਰਮੇਸ਼ਰ ਕਹਿੰਦਾ ਮੈਂ ਸਭ ਨੂੰ ਤੇਰੇ ਹੱਥੋਂ ਛੁਡਾ ਕੇ ਦਿਖਾਊਂਗਾ। And God says, I will take everyone away from you. ਜਿਹਦੇ ਵਾਸਤੇ ਉਹਨੇ, ਪਰਮੇਸ਼ਰ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਦਾ ਵੀ ਸਰਫਾ ਨਹੀਂ ਕੀਤਾ। For which God given us His only begotten Son. He sacrificed Him.
ਤੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਆਪਾਂ ਦੇਖਦੇ ਹਾਂ, ਜੇ ਵੀ ਕਿਸੇ ਨੂੰ ਹੀਲ ਕੀਤਾ, ਕਿਸੇ ਅੰਨੇ ਦੀਆਂ ਅੱਖਾਂ ਖੋਲੀਆਂ, ਜੋ ਵੀ ਉਹਨਾਂ ਨੇ ਕੀਤਾ, ਉਦੋਂ ਹਰੇਕ ਨੂੰ ਇਹ ਕਿਹਾ, go no more sin. We see Jesus, if he heals someone, if he make lame walk, he said everyone, ਜਾ ਤੇ ਫਿਰ ਪਾਪ ਨਾ ਕਰੀ। ਜਾ ਫਿਰ ਪਾਪ ਨਾ ਕਰੀ, Do ਕਿਉਂਕਿ and no ਪਾਪ sin. ਬਹੁਤ ਭੈੜੀ ਚੀਜ਼ ਆ। Because sin is a very bad thing. ਪਰ ਲੋਕਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂਗਾ। And people don't know about it. ਉਹ ਫੈਮਿਲੀਅਰ ਨਹੀਂ ਹੈ ਇਸ ਦੇ। They are not familiar about it. ਸੋ ਇਹ ਹੋ ਗਈ ਤੀਸਰੀ ਆਪਣੀ ਕਹਾਣੀ। And this was the third one. ਤੀਸਰੀ ਜਿਹੜੀ ਰੁਕਾਵਟ ਹੈਗੀ ਆ ਕਿ ਪਾਪ ਤੋਂ ਅਣਜਾਣ ਨੇ ਲੋਕ। The third hindrance that people don't know about sin. ਤੇ ਇੱਕ ਹੋਰ ਹੁਣ ਚੌਥੇ ਨੰਬਰ ਤੇ ਦੇਖਦੇ ਆ ਆਪਾਂ। And we'll see number 4. ਚੌਥੇ ਨੰਬਰ ਦੇ ਉੱਤੇ ਤਿੰਨ ਤੁਹਾਨੂੰ ਯਾਦ ਹੋ ਗਈਆਂ ਨਾ ਕਿ ਤਿੰਨ ਕਿਹੜੀਆਂ ਸੀਗੀਆਂ? ਪਹਿਲਾ ਸੀ ਉਹਨਾਂ ਦੇ ਕੰਮ ਬੁਰੇ ਸੀ, ਫਿਰ ਰੂਹਾਨੀ ਜਿਹੜਾ ਅੰਨਾਪਣ ਸੀਗਾ, ਜਿਹੜਾ ਫਿਰ ਉਸ ਤੋਂ ਅਗਲਾ ਸੀਗਾ ਵੀ ਉਹਨਾਂ ਦੀਆਂ ਅੱਖਾਂ ਪਾਪ ਨੇ ਅੰਨੀਆਂ ਕੀਤੀਆਂ ਵੀਆਂ ਸੀਗੀਆਂ। ਤਿੰਨ ਹੋ ਗਏ। ਚੌਥਾ ਆਪਾਂ ਦੇਖਦੇ ਹਾਂ ਜਿਹੜੀ ਜ਼ਿਆਦਾਤਰ ਆਪਾਂ ਨੂੰ ਯੂਥ ਦੇ ਵਿੱਚ ਦੇਖਣ ਨੂੰ ਮਿਲਦੀ ਆ। The fourth one we can see it very common in the youth. ਸੰਸਾਰਿਕ ਯੂਥ ਦੇ ਨਾਲ ਇਹ ਮਸੀਹੀ ਯੂਥ ਦੇ ਵਿੱਚ ਵੀ ਮਿਲਦੀ ਆ ਦੇਖਣ ਨੂੰ। We can see it along with worldly youth, in the youth who believe in Jesus. ਕਿਉਂਕਿ ਆਪਣੇ ਬੱਚੇ ਆ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਆ, ਕਾਲਜਾਂ ਦੇ ਵਿੱਚ ਪੜ੍ਹਦੇ ਨੇ। Because our children go to schools and college. ਉੱਥੇ ਜਿਹੜੇ ਨਾਨ ਬਲੀਵਰ ਲੋਕਾਂ ਦੇ ਬੱਚੇ ਹੁੰਦੇ ਨੇ, And there are children of non-believers too. ਜਿਹੜੇ ਕਿ ਮਸੀਹ ਨੂੰ ਜਾਣਦੇ ਨਹੀਂ। Those who don't know about Christ. ਉਹ ਆਪਣੇ ਬੱਚਿਆਂ ਨੇ ਤਾਂ ਉਹਨਾਂ ਤੇ ਕੀ ਅਸਰ ਪਾਉਣਾ, ਉਹਨਾਂ ਦਾ ਹੀ ਅਸਰ ਲੈ ਕੇ ਆਪਣੇ ਘਰਾਂ ਨੂੰ ਆ ਜਾਂਦੇ ਆ। And these are believers. They don't put out their impact on them, but they bring their impact on themselves. ਤੇ ਜਿਹੜੇ ਦੂਸਰੇ ਲੋਕ ਵੀ ਨੇ ਆਪਣੇ ਮਸੀਹੀ ਲੋਕ, ਜਦੋਂ ਜਿਹੜੇ ਨਾਨ ਬਲੀਵਰਾਂ ਨਾਲ ਕੰਮ ਕਰਦੇ ਆ ਤਾਂ ਵੀ ਉਹਨਾਂ ਦਾ ਰੰਗ ਚੜ ਜਾਂਦਾ। And when our believers work with non-believers, they start following them. ਪਤਾ ਉਹ ਕੀ ਆ ਰੰਗ? You know what the color is? ਪਤਾ ਕੀ ਚੌਥਾ ਪੁਆਇੰਟ ਹੈਗਾ ਆ? You know what the fourth point ਉਹਨਾਂ is? ਨੂੰ ਜੇ ਮਾਂ-ਬਾਪ ਵੀ ਕੁਝ ਕਹਿੰਦੇ ਆ If their parents ask them anything, ਤਾਂ ਉਹਨਾਂ ਦਾ ਜਵਾਬ ਪਤਾ ਕੀ ਹੁੰਦਾ? and you know what their answer is? I know, I know, I know। I know. ਮਾਂ ਕਹਿੰਦੀ ਹੈ ਕਿ ਤੂੰ ਆਈ ਨਹੀਂ ਸੀ ਕਰਨਾ, I know। Mom says you shouldn't do it. They said, I know. ਜੇ ਕਹਿੰਦੇ ਨਹੀਂ ਸੀ ਕਰਨਾ ਜਾਂ ਇਹ ਕਰਨਾ, I know। You should do or do not, I know. ਹੁਣ ਪਰ ਬਚਨ I know ਬਾਰੇ ਕੀ ਕਹਿੰਦਾ? But word says about I know. ਲਿਖਿਆ ਹੋਇਆ ਵਚਨ ਦੇ ਵਿੱਚ ਇਹ। It says in the word, ਪਹਿਲਾ ਕੋਰਿੰਥੀਅਨ 8:2। 1 Corinthians 8:2. ਪੜੋ ਇੰਗਲਿਸ਼ ਚ। And if anyone thinks that he knows anything, he knows nothing, yet as he ought to know. ਪੰਜਾਬੀ ਚ ਕੀ ਕਹਿੰਦਾ? ਕਹਿੰਦਾ ਜੇਕਰ ਕੋਈ ਆਦਮੀ ਸਮਝਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ, ਅਸਲ ਵਿੱਚ ਉਹ ਕੁਝ ਨਹੀਂ ਜਾਣਦਾ ਜਿਹੜਾ ਕਿ ਉਹਨੂੰ ਜਾਣਨਾ ਚਾਹੀਦਾ। Amen. And if anyone says like I know everything, he doesn't know anything. ਪਰ ਪ੍ਰਭੂ ਕਹਿੰਦੇ ਕੀ ਜਾਣਦਾ ਤੂੰ? But God says, what do you know? ਤੈਨੂੰ ਤਾਂ ਪ੍ਰਭੂ ਕਹਿੰਦੇ ਇਹ ਵੀ ਨਹੀਂ ਪਤਾ ਵੀ ਤੇਰੇ ਸਿਰ ਦੇ ਵਾਲ ਕਿੰਨੇ ਨੇ। Lord says you don't know even the count of your hair. ਤੈਨੂੰ ਤਾਂ ਇਹ ਵੀ ਨਹੀਂ ਪਤਾ ਧਰਤੀ ਦੇ ਉੱਤੇ ਤੇਰੇ ਜੀਵਨ ਦੇ ਦਿਨ ਕਿੰਨੇ ਨੇ। You don't know even how long you're gonna live. ਤੇ ਕਹਿੰਦੇ ਜਦੋਂ ਕਹਿੰਦੇ ਆ ਪਰਮੇਸ਼ਰ ਨੂੰ ਜਾਣੋ, ਉਦੋਂ ਕਹਿਣਗੇ I don't know। And when we say know about God, they said I don't know. ਉਦੋਂ ਪਰਮੇਸ਼ਰ ਨੂੰ ਜਾਣਨ ਦੇ ਉਹਨਾਂ ਦਾ I don't know ਨਿਕਲੇ ਹੁੰਦਾ ਹੈ। And when it come to Lord, they say I don't know. ਇਹ ਉਹ ਪਰਮੇਸ਼ਰ ਆ ਜਿਹਨੇ ਧਰਤੀ ਨੂੰ ਰਚਿਆ ਤੇ ਜਿਹਨੇ ਉਹਨੂੰ ਵੀ ਰਚਿਆ। It is the God who created heaven and who created ਪਰਮੇਸ਼ਰ us. ਕਹਿੰਦਾ ਮੈਂ ਤੇਰੀ ਮਾਂ ਦੀ ਕੁੱਖ ਦੇ ਵਿੱਚ ਜਾਣ ਤੋਂ ਪਹਿਲਾਂ ਦਾ ਮੈਂ ਤੈਨੂੰ ਜਾਣਦਾ ਹਾਂ। God says I know you before you are in your mother's womb. ਪਰਮੇਸ਼ਰ ਕਹਿੰਦਾ ਮੈਂ ਤੇਰੇ ਰਚਣ ਤੋਂ ਪਹਿਲਾਂ, ਦੁਨੀਆ ਦੇ ਰਚਣ ਤੋਂ ਪਹਿਲਾਂ ਵੀ ਤੈਨੂੰ ਜਾਣਦਾ ਹਾਂ। God says I know you before you were created, before the creation of world. ਪਰਮੇਸ਼ਰ ਕਹਿੰਦਾ ਮੈਂ ਤੈਨੂੰ ਉਸ ਤੋਂ ਵੀ ਪਹਿਲਾਂ ਦਾ ਜਾਣਦਾ ਜਦੋਂ ਤੂੰ ਅੰਜੀਰ ਦੇ ਦਰਖਤ ਥੱਲੇ ਬੈਠਾ ਸੀ। God says I know you before you were under the fig tree. ਫਿਰ ਕਹਿੰਦਾ ਕਿ ਤੂੰ ਮੈਨੂੰ ਕਾਹਤੋਂ ਨਹੀਂ ਜਾਣਦਾ? Then God says why you don't know about me? ਜਦ ਤੂੰ ਸਭ ਕੁਝ ਜਾਣਦਾ ਫਿਰ ਤੂੰ ਮੈਨੂੰ ਕਿਉਂ ਨਹੀਂ ਜਾਣਦਾ? When you know everything, why you don't know me? ਪਤਾ ਇਹ ਕੀ ਆ? You know what is this? ਇਹ ਹੈਗਾ ਘਮੰਡ। It is pride. ਇਹ ਹੈਗਾ ਹੰਕਾਰ। It is honor. ਇਹ ਜਿਹੜਾ ਹੰਕਾਰ ਆ, ਬੱਚਿਆਂ ਨੂੰ ਵੀ ਸਾਡੇ ਦੇ ਵਿੱਚ ਉਹ ਹੰਕਾਰ ਦੀ ਸਪਿਰਿਟ ਆ ਜਿਹੜੀ ਕੰਮ ਕਰਦੀ ਆ। And this the spirit of pride is also working in our children. ਵਚਨ ਦੇ ਵਿੱਚ ਲਿਖਿਆ ਜੇ ਤੂੰ ਹੰਕਾਰ ਹੀ ਕਰਨਾ ਤਾਂ ਇਸ ਗੱਲ ਤੇ ਕਰ ਵੀ ਮੈਂ ਪਰਮੇਸ਼ਰ ਨੂੰ ਜਾਣਦਾ ਵਾਂ ਨਾਲੇ ਉਹਨੂੰ ਸਮਝਦਾ ਵਾਂ। Word of God says if you wanna be prideful, pride on those that you know the God and you follow Him. ਇਹ
ਘਮੰਡ ਆ ਜਿਹੜਾ ਇਹ ਬਹੁਤ ਵੱਡੀ ਰੁਕਾਵਟ ਬਣ ਜਾਂਦੀ ਹੈ ਲੋਕਾਂ ਦੀ ਪਰਮੇਸ਼ਰ ਨੂੰ ਜਾਣਨ ਦੇ ਵਿੱਚ। And this pride becomes a hindrance for people who want to know the Lord. ਅਖੀਰਲਾ ਪੁਆਇੰਟ ਪੰਜਵਾਂ ਪੁਆਇੰਟ ਦੇਖਦੇ ਹਾਂ। And the fifth point is, ਪੰਜਵਾਂ ਪੁਆਇੰਟ ਆ ਜਿਹੜਾ ਉਹ ਆਪਾਂ ਦੇਖਦੇ ਹਾਂ, ਇਹ ਬਹੁਤ ਹੀ ਸੈਡਫੁਲ ਪੁਆਇੰਟ ਆ। it is very sadful point. ਬਹੁਤ ਸੈਡਫੁਲ ਆ। Very sad. ਇਹ ਕਿਉਂ ਸੈਡਫੁਲ ਹੋਣਾ ਨਹੀਂ ਚਾਹੀਦਾ? Why it is sadful? It shouldn't be. ਕਿਉਂਕਿ ਇਸ ਪੁਆਇੰਟ ਦੇ ਕਰਕੇ ਲੋਕ ਆ ਜਿਹੜੇ ਉਹ ਮੁਕਤੀ ਨੂੰ ਜਾਣਨ ਤੋਂ ਰਹਿ ਜਾਂਦੇ ਆ, ਖੁੱਝ ਜਾਂਦੇ ਆ। Because of this point, people lose the way of salvation. ਤੁਸੀਂ ਸੋਚੋਗੇ ਵੀ ਇਹ ਜਿਹਾ ਕਿਹੜਾ ਪੁਆਇੰਟ ਆ? You will think like, what is the point? ਹੁਣ ਮੈਂ ਨਹੀਂ ਕਹਿ ਰਹੀ, ਵਚਨ ਕਹਿ ਰਿਹਾ। I am not saying it. The word of God is saying it. ਵਚਨ ਕਹਿ ਰਿਹਾ, ਇੰਗਲਿਸ਼ ਦੇ ਵਿੱਚ ਪੜਾਂਗੇ ਹੋਸ਼ਾਇਆ ਦੀ ਕਿਤਾਬ ਉਹਦਾ 4 ਦਾ 6ਵੇਂ ਦਾ ਮੂਹਰਲਾ ਪਾਇਓ। Book of Hosea 4:6. My people are destroyed for lack of knowledge. Because you have rejected knowledge, I also will reject you from being priest for me. Because you have forgotten the law of your God, I also will forget your children. ਜਾ ਬਸ ਕਹਿੰਦਾ ਮੇਰੇ ਲੋਕ, ਪਰਮੇਸ਼ਰ ਦਾ ਵਚਨ ਕਹਿੰਦਾ ਮੇਰੇ ਲੋਕ ਤਬਾਹ ਹੋ ਰਹੇ ਨੇ ਕਿਉਂਕਿ ਉਹਨਾਂ ਨੇ ਮੈਨੂੰ ਸਵੀਕਾਰ ਨਹੀਂ ਕੀਤਾ। Word of God says my people are being destroyed because they didn't accept him. ਕਿਉਂ ਨਹੀਂ ਸਵੀਕਾਰ ਕੀਤਾ? Why they did not accept him? ਵਚਨ ਕਹਿੰਦਾ ਕਿ ਤੁਸੀਂ ਪ੍ਰੋਤਾਂ ਨੇ ਨਾ ਕੇਵਲ ਮੈਨੂੰ ਰੱਦਿਆ ਬਲਕਿ ਮੇਰੀਆਂ ਸਿੱਖਿਆਵਾਂ ਨੂੰ ਵੀ ਰੱਦਤਾ। It says you priesthood not even forgotten me but my teachings as well. ਹੁਣ ਕੌਣ ਨੇ ਪ੍ਰੋਹਤ? Who are the priests? ਉਹ ਪ੍ਰੋਹਤ ਨੇ, ਆਪਾਂ ਵੀ ਉਹਨਾਂ ਦੇ ਵਿੱਚ ਹੀ ਆ ਜਿਹੜੇ ਸਾਰੇ ਆਪਾਂ ਲੋਕਾਂ ਨੂੰ ਵਚਨ ਦੱਸਦੇ ਆ। We come under those priests too who tell the people about the word. ਹੁਣ ਜੇ ਤੁਸੀਂ ਕਹੋਗੇ ਵੀ ਹੋਸ਼ਾਇਆ ਦੀ ਕਿਤਾਬ ਆ ਜਿਹੜੀ ਇਹ ਤਾਂ ਪੁਰਾਣੇ ਨੇਮ ਦੇ ਵਿੱਚ ਆ। If you say Hosea come in Old Testament, ਪਰ ਪੁਰਾਣੇ ਨੇਮ ਦੇ ਵਿੱਚ ਹੈਗੀ ਆ, ਪਰ ਪੁਰਾਣੇ ਨੇਮ ਦੇ ਵਿੱਚ ਇੱਕ ਹੋਰ ਵੀ ਵਚਨ ਲਿਖਿਆ ਹੋਇਆ। it is in the Old Testament, but there is another word in the Old Testament. ਜਦੋਂ ਮੂਸਾ ਸਾਰੀਆਂ ਜਿਹੜੇ ਹੁਕਮ ਲੈ ਕੇ ਵਿਧੀਆਂ ਵਿਧਾਨ ਜਿਹੜੇ ਸੀਗੇ ਲਾ ਲੈ ਕੇ ਆਇਆ, When Moses come back with the commandments, ਤੇ ਮੂਸਾ ਨੇ ਇਹ ਕਿਹਾ ਸੀ, ਕਹਿੰਦਾ ਕਿ ਇਹ ਵਿਧੀਆਂ ਵਿਧਾਨ ਜੋ ਮੈਨੂੰ ਪ੍ਰਭੂ ਨੇ ਦਿੱਤੇ ਨੇ ਤੁਸੀਂ ਇਹਨਾਂ ਨੂੰ ਧਿਆਨ ਨਾਲ ਸੁਣੋ। Moses said, listen these commandments carefully which God has given me. ਇਹਨਾਂ ਨੂੰ ਸਿੱਖੋ Learn these ਤੇ ਇਹਨਾਂ ਤੇ ਚੱਲੋ। and follow them. ਇਥੋਂ ਕੀ ਪਤਾ ਲੱਗਦਾ? But we learn ਪਹਿਲਾਂ about ਤਾਂ ਇਹ ਦੇਖਦੇ ਆ ਵੀ ਇਜ਼ਰਾਈਲ ਕੌਣ ਆ, ਅੱਜ ਦਾ ਇਜ਼ਰਾਈਲ ਕੌਣ ਆ? ਆਪਾਂ। We'll see who is Israel. ਤੇ ਆਪਾਂ ਸਾਰੇ ਜਿਹੜੇ ਵਿਸ਼ਵਾਸ ਕਰਦੇ ਆ, We are Israel who ਇਸ believe. ਕਰਕੇ ਕਹਿ ਨਹੀਂ ਸਕਦੇ ਵੀ ਇਹ ਪੁਰਾਣੇ ਨੇਮ ਦਾ ਵਚਨ ਆ। So we cannot say it belongs to Old Testament. ਇਸ ਨੂੰ ਕਲੀਅਰ ਕਰਨ ਦੇ ਵਾਸਤੇ ਆਪਾਂ ਵਿਵਸਥਾ ਸਾਰ ਉਹਦੀ 5 ਦੀ 3 ਪੜ੍ਹਦੇ ਆ। To clear it, we'll read Deuteronomy 5:3. 5:3 The Lord did not make this covenant with our fathers, but with us, those who are here today, all of us who are alive. ਹਾਂ, ਕਹਿੰਦਾ ਕਿ ਪਰਮੇਸ਼ਰ ਨੇ ਜਿਹੜਾ ਇਹ ਵਚਨ ਓਲਡ ਟੈਸਟਾਮੈਂਟ 'ਚ ਤੁਸੀਂ ਕਹਿੰਦੇ ਆ ਵੀ ਲਿਖਿਆ ਹੋਇਆ, ਇਹ ਸਿਰਫ ਸਾਡੇ ਪੁਰਖਿਆਂ ਵਾਸਤੇ ਹੀ ਨਹੀਂ ਸੀ ਲਿਖਿਆ। It says God not even wrote this covenant before for our fathers, ਪਰ ਇਹ ਅੱਜ ਉਹਨਾਂ ਸਾਰਿਆਂ ਦੇ ਵਾਸਤੇ ਆ ਜਿਹੜੇ ਇਸ ਧਰਤੀ ਤੇ ਜਿਉਂਦੇ ਨੇ, but for all of them who are alive. ਤੇ ਇਹਨਾਂ ਦੇ ਵਿੱਚ ਆਪਾਂ ਸਾਰੇ ਸ਼ਾਮਲ ਆ। And we come under them too. ਤੋਂ ਇਹ ਤੋਂ ਪਤਾ ਲੱਗਦਾ ਕਿ ਪੁਰਾਣੇ ਨੇਮ ਦੇ ਵਿੱਚ ਜਦੋਂ ਪਰਮੇਸ਼ਰ ਪ੍ਰੋਤਾਂ ਨੂੰ ਕਹਿ ਰਿਹਾ ਵਾ, ਇਹਦਾ ਮਤਲਬ ਉਹ ਆਗਿਆਕਾਰੀ ਨਹੀਂ ਸੀ ਕਰਦੇ। So we learn like in the Old Testament when God says to priests, they were disobedient. ਇਸੇ ਕਰਕੇ ਕਈ ਵਾਰੀ ਜਰਮਾਇਆ ਜਦੋਂ ਉਹਨਾਂ ਨੂੰ ਵਚਨ ਸੁਣਾਉਂਦਾ ਸੀ ਤਾਂ ਉਹ ਕਹਿੰਦਾ ਸੀ ਇਹ ਮੰਨਦੇ ਨਹੀਂ, ਮੈਂ ਨਹੀਂ ਸੁਣਾਉਣਾ। That's why when Jeremiah used to tell them about the word, he said, I don't want to tell them because they don't listen. ਜਰਮਾਇਆ ਕਹਿੰਦਾ ਜਦੋਂ ਮੈਂ ਨਹੀਂ ਸੁਣਾਉਂਦਾ, ਕਹਿੰਦਾ ਕਿ ਫਿਰ ਪਰਮੇਸ਼ਰ ਦਾ ਵਚਨ ਮੇਰੇ ਅੰਦਰ ਅੱਗ ਲਾ ਦਿੰਦਾ। And Jeremiah said, when I don't share the word of God, burn a fire in me. ਪਰ ਉਹ ਲੋਕ ਮੰਨਦੇ ਹੀ ਨਹੀਂ ਸੀ। But they don't listen. ਪਰ ਇਹ ਪੁਰਾਣੇ ਨੇਮ 'ਚ ਹੀ ਨਹੀਂ ਸੀ। It wasn't in the Old Testament. ਅੱਜ ਵੀ ਦੇਖ ਲਓ ਕੀ ਹੋ ਰਿਹਾ। You can see what happening today. ਅੱਜ ਵੀ ਸਾਰੇ ਪਾਸੇ ਇਹੀ ਹੋ ਰਿਹਾ। It's happening everywhere. ਲੋਕਾਂ ਨੇ ਪਰਮੇਸ਼ਰ ਦੇ ਵਚਨ ਨੂੰ ਹੱਥ ਦੇ ਵਿੱਚ ਲੈ ਕੇ ਇੱਕ ਬਿਜ਼ਨਸ ਬਣਾ ਲਿਆ। People have made a word of God as a business. ਤਿਮੋਥੀਅਸ ਦੀ ਕਿਤਾਬ ਦੇ ਵਿੱਚ 2 ਤਿਮੋਥੀ ਉਹਦੇ 4:3-4 ਦੇ ਵਿੱਚ ਲਿਖਿਆ ਹੋਇਆ, ਚੌਥੇ ਅਧਿਆਇ ਦੀ 3-4 ਦੇ ਵਿੱਚ ਲਿਖਿਆ, ਕਹਿੰਦਾ ਪੌਲੁਸ ਕਹਿੰਦਾ ਉਹ ਸਮਾਂ ਆਵੇਗਾ, ਇੰਗਲਿਸ਼ ਦੇ ਵਿੱਚ ਪੜਿਓ। For the time will come when they will not endure sound doctrine, but according to their own desires, because they have itching ears, they will heap up for themselves teachers,
ਕਹਿੰਦਾ ਪੌਲੁਸ ਕਹਿੰਦਾ ਉਹ ਸਮਾਂ ਆਵੇਗਾ ਜਦੋਂ ਕਿ ਲੋਕ ਆਪਣੇ ਮਨ ਪਸੰਦ ਦੀਆਂ ਦੇ ਸੁਨੇਹੇ ਸੁਣਨੇ ਪਸੰਦ ਕਰਨਗੇ। Paul says the time will come when people will only listen what entertain their ears. ਕਹਿੰਦਾ ਉਹ ਗੱਲਾਂ ਸੁਣਨਗੇ ਜਿਨ੍ਹਾਂ ਨਾਲ ਉਹਨਾਂ ਦੇ ਕੰਨਾਂ ਦੀ ਰਸ ਪੂਰਤੀ ਹੋਵੇ, ਕੰਨ ਰਸ ਪੂਰਤੀ ਹੋਵੇ। It says they will only listen what entertain their ears. ਹੁਣ ਚਾਰੇ ਪਾਸੇ ਧਿਆਨ ਮਾਰ ਕੇ ਦੇਖ ਲਓ, ਇਹੀ ਕੁਝ ਹੋ ਰਿਹਾ। If we'll see around, this is happening. ਪਰਮੇਸ਼ਰ ਦੇ ਲੋਕ ਨੇ ਜਿਹੜੇ ਉਹ ਵਚਨ ਤੋਂ ਦੂਰ ਆ, ਸਿੱਖਿਆਵਾਂ ਤੋਂ ਦੂਰ ਆ, ਆਗਿਆਕਾਰੀ ਤੋਂ ਦੂਰ ਨੇ। And people of God are away from obedience, from teachings. ਵਚਨ ਦੇ ਵਿੱਚ ਪਹਿਲੇ ਕੁਰਿੰਥੀਆਂ ਦੇ ਜੇ ਤੁਸੀਂ 11ਵਾਂ ਅਧਿਆਇ ਪੜ੍ਹੋ ਘਰੇ ਤਾਂ ਉਹਦੇ ਵਿੱਚ ਪੌਲੁਸ ਨੇ ਭੋਜ ਵਾਸਤੇ ਜਿਹੜਾ ਆਪਣੀ ਹੋਲੀ ਕਮਿਊਨੀਅਨ ਹੁੰਦੀ ਆ ਉਹਦੇ ਵਾਸਤੇ, ਉੱਠਣ ਬੈਠਣ ਵਾਸਤੇ, ਚੱਲਣ ਵਾਸਤੇ ਬੜੀਆਂ ਨਸੀਹਤਾਂ ਦਿੱਤੀਆਂ ਹੋਈਆਂ ਨੇ। And Paul gave teachings about in 1 Corinthians 11 about Holy Communion. ਪਰ ਹੈਰਾਨੀ ਦੀ ਗੱਲ ਇਹ ਹੈਗੀ ਆ ਬਈ ਇਹਦੇ ਵਿੱਚ ਕੋਈ ਬਾਹਰਲੇ ਲੋਕ ਨਹੀਂ, ਇਹਦੇ ਵਿੱਚ ਪਰਮੇਸ਼ਰ ਦੇ ਆਪ ਦੇ ਲੋਕ ਹੀ ਇਨਵੋਲਵ ਨੇ। But surprising thing is God's own people are involved in this. ਪਰ ਪਰਮੇਸ਼ਰ ਦਾ ਵਚਨ ਤਾੜਨਾ ਕਰਦਾ ਕਿ ਲੋਕਾਂ ਨੂੰ ਸਹੀ ਸਿੱਖਿਆ ਦਿੱਤੀ ਜਾਵੇ। But God's word give us a heed that we should teach them correctly. ਆਪਣੇ ਮੁਲਕਾਂ ਵਿੱਚ ਦੇਖ ਲਓ, You can see in our countries 90% ਲੋਕ ਇਹ ਜਿਹੇ ਨੇ ਜਿਹੜੇ ਚਰਚਾਂ 'ਚ ਜਾਂਦੇ ਨੇ, ਮੀਟਿੰਗਾਂ ਵੀ ਅਟੈਂਡ ਕਰਦੇ ਨੇ, ਨਾ ਉਹਨਾਂ ਨੂੰ ਵਚਨ ਦੀ ਸਮਝ ਆਉਂਦੀ ਆ, ਨਾ ਉਹਨਾਂ ਨੂੰ ਪਤਾ ਵੀ ਇਹਦੇ ਵਿੱਚ ਕਿਹੜੀ ਆਗਿਆਕਾਰੀ ਅਸੀਂ ਮੰਨਣੀਆਂ। ਸਿਰਫ ਧਰਮਾਂ ਵਾਂਗੂ ਬਣਾਇਆ ਹੋਇਆ ਬਈ ਜਾਣਾ ਹੀ ਆ, ਜਾਣਾ ਤੇ ਆ ਜਾਣਾ। ਮੈਂ ਆਪ ਆਪਦੇ ਕੰਨੀ ਇਹ ਲੋਕਾਂ ਨੂੰ ਕਹਿੰਦੇ ਸੁਣਿਆ ਕਿ ਅਸੀਂ ਜਾਣਦੇ ਆ ਪਰ ਸਾਨੂੰ ਸਮਝ ਨਹੀਂ ਲੱਗਦੀ ਉੱਥੇ। Okay, in our countries we can see people go and attend the meetings, but they don't know what commandments they should follow. They say like we don't understand what we should follow or what we should do. ਇਹਦਾ ਮਤਲਬ ਇਹ ਨਹੀਂ ਉੱਥੇ ਲੋਕਾਂ ਨੂੰ ਸਿਖਾਇਆ ਨਹੀਂ ਜਾਂਦਾ, ਸਿਖਾਇਆ ਜਾਂਦਾ। It doesn't mean that they are not being taught, they are being taught. ਪਰ ਸਿਖਾਉਣ ਵਾਲੇ ਆਪਦੇ ਢੰਗ ਨਾਲ ਸਿਖਾਉਂਦੇ ਆ। But those who taught, they teach them by their own ways. ਉਹ ਸਿਖਾਉਂਦੇ ਆ ਜਿਹਦੇ ਨਾਲ ਲੋਕ ਖੁਸ਼ ਹੋਣ ਤੇ ਲੋਕ ਖਿੱਚੇ ਚਲੇ ਆਉਣ। They teach them only to please them so that they can come to them. ਪਰਮੇਸ਼ਰ ਕਹਿੰਦਾ ਮੇਰੇ ਲੋਕ ਤਬਾਹ ਹੋ ਰਹੇ ਨੇ। God says my people are being destroyed. ਲੋਕਾਂ ਤੇ ਕਿਸੇ ਨੂੰ ਤਰਸ ਨਹੀਂ, ਆਪਣਾ ਘਰ ਭਰਨ ਤੇ ਲੱਗੀ ਵੀ ਆ ਦੁਨੀਆ। No one have mercy on people, they just want to collect money. ਦੂਸਰਾ ਇਹਦੇ ਵਿੱਚ ਇੱਕ ਹੋਰ ਵੀ ਗੱਲ ਆਉਂਦੀ ਆ। And there is another thing. ਜਿਹੜੇ ਲੋਕ ਬਾਹਰ ਨੇ, ਜਿਵੇਂ ਬਾਹਰ ਨੇ ਉਵੇਂ ਘਰ ਦੇ ਵਿੱਚ ਨਹੀਂ, ਜਿਵੇਂ ਘਰ ਨੇ ਉਵੇਂ ਬਾਹਰ ਨਹੀਂ, ਕਿ ਦੋ ਰੂਪੇ ਲੋਕ ਨੇ। And there is another thing, people how like they have double faces. How they are outside, they are not inside their houses. ਜਿਹਨੂੰ ਦੇਖ ਕੇ ਜਿਹੜੀ ਬਾਹਰਲੀ ਦੁਨੀਆ ਉਹ ਠੋਕਰ ਖਾ ਜਾਂਦੀ ਆ। That's why people get misguided by judging them. ਮੈਂ ਅੱਗੇ ਵੀ ਇੱਕ ਗੱਲ ਸੁਣਾਈ ਸੀ, ਪਾਸਟਰ ਜੀ ਸੁਣਾਉਂਦੇ ਹੁੰਦੇ, ਇੱਕ ਲਾਈਨ ਦੇ ਵਿੱਚ ਹੀ ਖਤਮ ਕਰਦੀ ਆ। I will share something with Pastor Jidus. ਜਾਨੀ ਕਿ ਗੱਲ ਇੱਕ ਲਾਈਨ 'ਚ ਖਤਮ ਕਰਦੀ ਆ। Okay, I'll finish it with one. ਕਿ ਇੱਕ ਭੈਣ ਹੁੰਦੀ ਸੀ, ਉਹ ਬਾਹਰ ਲੋਕਾਂ ਨੂੰ ਜਦੋਂ ਅੰਦਰ ਵੜਦੇ ਸੀਗੇ ਚਰਚ ਦੇ ਵਿੱਚ ਤੇ ਉਹਨਾਂ ਨੂੰ ਵੈਲਕਮ ਕਰਦੀ ਹੁੰਦੀ ਸੀ। There was a sister used to welcome people who used to come to ਤੇ church. ਪਰਮੇਸ਼ਰ ਉਹ ਭੈਣ ਨੂੰ ਬਹੁਤ ਹੀ ਮਤਲਬ ਯੂਜ਼ ਕਰਦਾ ਸੀ ਜੀ। And Lord used her so much. ਪਰਮੇਸ਼ਰ ਤਾਂ ਜਿਵੇਂ ਕਹਿੰਦੇ ਆ ਵੀ ਗਧਿਆਂ ਨੂੰ ਵੀ ਯੂਜ਼ ਕਰਦਾ ਵਾ, ਮੂਰਖਾਂ ਨੂੰ ਯੂਜ਼ ਕਰਦਾ, ਆਪਾਂ ਖੜੇ ਹੀ ਆ ਸਾਰੇ ਜਾਣੇ ਹਨਾ। And God has used foolish as well. ਤੇ ਉਹ ਭੈਣ ਜਿਹੜੀ ਸੀਗੀ ਉਹ ਮੱਛੀਆਂ ਦੀ ਦੁਕਾਨ ਸੀਗੀ ਉਹਦੀ ਦੁਕਾਨ ਦੇ ਵਿੱਚ ਮਾਰਕੀਟ 'ਚ। And she has a shop of fish in the market. ਤੇ ਇੱਕ ਦਿਨ ਉਹ ਮੱਛੀਆਂ ਵੇਚਦੀ ਸੀਗੀ ਟੇਬਲ ਤੇ ਇੱਕ ਕੋਈ ਭਾਈ ਸੀਗਾ ਬਲੀਵਰ ਜਿਹੜਾ ਕਿਤੇ ਚਰਚ 'ਚ ਆਇਆ ਹੋਊ, ਕਦੇ ਆਇਆ ਹੋਊਗਾ ਜਾਂ ਕਿੱਦਾਂ, ਉਹ ਉੱਥੋਂ ਖਰੀਦਣ ਗਿਆ। Once she was selling a fish and there was a believer went to buy it. ਤੇ ਉਹ ਭੈਣ ਜਿਹੜੀ ਆ ਉਹ ਨਾ ਖੜੀ ਉੱਥੇ ਕਿਸੇ ਹੋਰ ਕਸਟਮਰ ਦੇ ਨਾਲ ਮੱਛੀਆਂ ਦੇ ਪਿੱਛੇ ਲੜਾਈ ਕਰ ਰਹੀ ਸੀ। And she was fighting with the customer about fish. ਮਤਲਬ ਉਹ ਇਹ ਜਿਹੀਆਂ ਆਪਣੇ ਮੂੰਹ ਦੇ ਵਿੱਚੋਂ ਗੱਲਾਂ ਕਹਿ ਰਹੀ ਸੀ ਜਿਹੜੀਆਂ ਕਿ ਉਹਨੂੰ ਨਹੀਂ ਸੀ ਕਹਿਣੀਆਂ ਚਾਹੀਦੀਆਂ। And she was saying the bad words. ਤੇ ਉਹ ਭਾਈ ਕੁਛ ਚਿਰ ਤਾਂ ਦੇਖਦਾ ਰਿਹਾ। And he stand there and keep watching. ਫਿਰ ਉਹਦੇ ਕੋਲ ਜਾ ਕੇ ਕਹਿੰਦਾ, ਸਿਸਟਰ ਭੈਣ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਪੁੱਛ ਸਕਦਾ? And he went to her, he said, sister, if you don't mind, can I ask you something? ਤੁਸੀਂ ਉਹ ਭੈਣ ਨਹੀਂ ਜਿਹੜੇ ਫਲਾਣੇ ਚਰਚ ਦੇ ਵਿੱਚ ਤੁਸੀਂ ਉੱਥੇ ਬਾਹਰ ਖੜੇ ਹੁੰਦੇ ਹੋ? You are not the same sister who is standing outside the church. ਉਹ ਕਹਿੰਦੀ ਹਾਂਜੀ ਮੈਂ ਉਹੀ ਆ। She said, yes, I am. ਉਹਨੂੰ ਕੁਛ ਨਾ ਕਿਹਾ। He didn't say anything. ਉਹ ਕਹਿੰਦੇ ਭਾਈ ਕਹਿੰਦਾ ਉਹ ਅੱਛਾ। And he said, oh, okay. ਤੇ ਉਹ ਭੈਣ ਕਹਿੰਦੀ ਕਿ ਭਰਾ ਉਹ ਚਰਚ ਆ, ਇਹ ਮੱਛੀ ਮਾਰਕੀਟ ਆ। And she said, brother, that's a church and this is a fish market. ਸੋ ਲੋਕ ਜਿਹੇ ਜੇ ਬਾਹਰ ਨੇ ਉਹ ਜੇ ਅੰਦਰ ਨਹੀਂ, ਜਿਹੇ ਅੰਦਰ ਆ ਉਹ ਜੇ ਬਾਹਰ ਨਹੀਂ। That's why ਇਹ people ਲੋਕਾਂ ਦੇ ਵਾਸਤੇ ਬਹੁਤ ਵੱਡੀ ਮਸੀਹਾਂ, ਬਾਹਰਲੇ ਲੋਕਾਂ ਵਾਸਤੇ ਠੋਕਰ ਆ। ਇਹ ਆਪਣੇ ਮਸੀਹਾਂ ਦੇ ਵਾਸਤੇ ਚੰਗੀ ਗੱਲ ਨਹੀਂ। and that's why people how they are inside they're
they're not seen outside, and this is a big hindrance for ਤੇ ਹੁਣ believers. ਆਪਣੇ ਇਹ 5 ਪੁਆਇੰਟ ਹੋ ਗਏ ਨੇ। So we covered 5 points. ਪਹਿਲਾ ਆਪਣਾ ਹੋਇਆ ਕਿ ਉਹਨਾਂ ਦੇ ਕੰਮਾਂ ਦੇ ਕਾਰਨ, ਉਹਨਾਂ ਦੇ ਆਪਦੇ ਕੰਮਾਂ ਦੇ ਕਾਰਨ ਲੋਕ ਰਹਿ ਜਾਂਦੇ ਜਾਣਨ ਤੋਂ ਪਰਮੇਸ਼ਰ ਨੂੰ। First was because they cannot know the God because of their evil deeds. ਦੂਸਰਾ ਆਪਾਂ ਦੇਖਿਆ ਕਿ ਆਤਮਿਕ ਹਨੇਰਾ ਉਹਨਾਂ ਨੂੰ ਚਿੰਬੜਿਆ ਹੋਇਆ। Second one is the spiritual blindness. ਤੀਸਰਾ ਕਿ ਉਹ ਪਾਪ ਦੇ ਜਾਣਕਾਰੀ ਨਹੀਂ ਰੱਖਦੇ। That the third one is that they don't know about sin. ਚੌਥਾ ਕਿ ਉਹ ਆਪਣੇ ਹੰਕਾਰ ਦੇ ਵਿੱਚ ਨੇ। Fourth one is that they are under their pride. ਪੰਜਵਾਂ ਆਪਣੇ ਲੋਕ ਉਹਨਾਂ ਵਾਸਤੇ ਠੋਕਰ ਬਣ ਜਾਂਦੇ ਆ। And fifth, our people become hindrance. ਪਰ ਆਪਾਂ ਇੱਥੇ ਹੁਣ ਕੀ ਕਰ ਸਕਦੇ ਆ? What we can do here, ਆਪਾਂ ਹਰੇਕ ਪੁਆਇੰਟ ਦੇ ਵਿੱਚ ਇੱਕ ਇੱਕ ਲਾਈਨ ਦੇਖਾਂਗੇ। we'll see one line in every point. ਪਹਿਲਾਂ ਉਹਨਾਂ ਦੇ ਬੁਰੇ ਕੰਮਾਂ ਦੇ ਵਾਸਤੇ ਕੀ ਕਰਨਾ? What we should do about their evil deeds. ਜ਼ਰੂਰੀ ਆ ਆਪਣੇ ਵਾਸਤੇ ਕਿ ਪਰਮੇਸ਼ਰ ਦੇ ਚਾਨਣ ਦੀ ਵਾਕਫੀਅਤ ਉਹਨਾਂ ਨੂੰ ਦਿੱਤੀ ਜਾਵੇ। It is must for us that we should tell them about the light of God. ਉਹਨਾਂ ਨੂੰ ਹਨੇਰੇ ਦੇ ਚਾਨਣ ਦੀ ਪਹਿਚਾਣ ਕਰਵਾਈ ਜਾਵੇ। They should know about light and dark. ਉਹਨਾਂ ਨੂੰ ਦੱਸਿਆ ਜਾਵੇ ਕਿ ਚਾਨਣ ਦੀਆਂ ਕੀ ਖੂਬੀਆਂ ਨੇ ਤੇ ਹਨੇਰੇ ਦੇ ਕੀ ਨੁਕਸਾਨ ਨੇ। We should tell them about the benefits of light and the bad effects of ਪਰ dark. ਜਦੋਂ ਦੱਸਣਾ ਵਚਨ ਦੇ ਵਿੱਚੋਂ ਹੀ ਦੱਸਣਾ। But when we're going to tell them, we should tell them from the word of ਵਚਨ God. ਆਪਾਂ ਨੂੰ ਦੱਸਦਾ ਵੀ ਚਾਨਣ ਕੀ ਹੈ ਤੇ ਹਨੇਰਾ ਕੀ ਆ। Because the word of God tells us what is the light and what is the darkness. ਦੂਸਰੇ ਨੰਬਰ ਤੇ ਹੈਗਾ ਆ ਅੰਧਕਾਰ ਜਿਹੜਾ ਰੂਹਾਨੀ ਆ। And second number is spiritual blindness. ਕਿਉਂਕਿ ਆਪਾਂ ਸਾਰੇ ਵੀ ਉਸ ਅੰਧਕਾਰ ਦੇ ਥੱਲੇ ਸੀਗੇ। Because we were also under that blindness. ਆਪਾਂ ਨੂੰ ਉਹਨਾਂ ਦੇ ਗ੍ਰੰਥਾਂ ਦੀ ਜਦੋਂ ਉਦੋਂ ਸਮਝ ਨਹੀਂ ਸੀ ਲੱਗਦੀ, ਜਦੋਂ ਅੱਜ ਵਚਨ ਪੜ੍ਹ ਲਿਆ ਉਸ ਤੋਂ ਬਾਅਦ ਆਪਾਂ ਨੂੰ ਉਹਨਾਂ ਗ੍ਰੰਥਾਂ ਦੀ ਸਮਝ ਲੱਗੀ ਆ। And we didn't know about their scriptures earlier, but now because we have read the word of ਉਹ God, we ਸਾਰੇ know. ਗ੍ਰੰਥ ਵੀ ਪਰਮੇਸ਼ਰ ਵੱਲ ਇਸ਼ਾਰਾ ਕਰਦੇ ਨੇ। And those all scriptures give us a sign about God. ਤਾਂ ਹੀ ਉਹ ਕਹਿੰਦੇ ਗੋਡ ਇਜ਼ ਵਨ। That's why they say God is one. ਪਰ ਉੱਥੇ ਇੱਕ ਪ੍ਰੋਬਲਮ ਹੋ ਜਾਂਦੀ ਆ। But there is a problem. ਲੋਕਾਂ ਨੂੰ ਸਮਝਣ ਦੇ ਵਿੱਚ ਮੁਸ਼ਕਲ ਹੁੰਦੀ ਆ। People cannot understand. ਲੋਕਾਂ ਨੂੰ ਸਮਝਾਉਣ ਵਾਲੇ ਸਮਝਾ ਨਹੀਂ ਸਕਦੇ। And those who make them understand cannot make it. ਤੇ ਜੇ ਆਪਾਂ ਜਾਣ ਲਿਆ ਇਸ ਸੱਚਾਈ ਨੂੰ, And if we know this truth, ਚੰਗਾ ਆ ਕਿ ਉਹਨਾਂ ਲੋਕਾਂ ਨੂੰ ਸੱਚਾਈ ਦੇ ਬਾਰੇ ਆਪਾਂ ਦੱਸੀਏ। and we should tell them about this truth. ਤੀਸਰੇ ਨੰਬਰ ਤੇ ਪਾਪ ਦੀ ਜਾਣਕਾਰੀ ਨਹੀਂ ਗੀ ਉਹਨਾਂ ਨੂੰ। Third number, they don't know about sin. ਇਹ ਤਾਂ ਪਾਪ ਦਾ ਸੰਬੰਧ ਆ ਜਿਹੜਾ ਉਹ ਹਨੇਰੇ ਨਾਲ ਆ ਤੇ ਹਨੇਰੇ ਦਾ ਸੰਬੰਧ ਆ ਜਿਹੜਾ ਉਹ ਸਰੀਰ ਦੇ ਨਾਲ ਆ। Sin is connected to darkness, and darkness is connected to flesh. ਫਲੈਸ਼ਲੀ ਚੀਜ਼ਾਂ ਜਿਹੜੀਆਂ ਸਾਡੇ ਡਿਜ਼ਾਇਰ ਤੋਂ ਹੁੰਦੀਆਂ ਉਹ ਸਾਰਾ ਹਨੇਰੇ ਦਾ ਕੰਮ ਆ। Fleshly desires come from darkness. ਉਹਨਾਂ ਨੂੰ ਦੱਸਿਆ ਜਾਵੇ ਕਿ ਹਨੇਰੇ ਦੇ ਨੁਕਸਾਨ ਕੀ ਹੈ ਤੇ ਪਰਮੇਸ਼ਰ ਦੇ ਕੋਲੇ ਜੇ ਤੁਸੀਂ ਆਵੋ ਤਾਂ ਤੁਹਾਨੂੰ ਪਤਾ ਲੱਗੂਗਾ, ਪਰਮੇਸ਼ਰ ਦਾ ਆਤਮਾ ਤੁਹਾਨੂੰ ਕਨਵਿਕਟ ਕਰੂਗਾ ਤੁਹਾਡੇ ਪਾਪਾਂ ਦਾ। And they should be told what are the bad impacts of darkness. And if they come to God, Spirit of God will convict them out of sin. ਕਿਉਂਕਿ ਵਚਨ ਦੇ ਵਿੱਚ ਲਿਖਿਆ ਗਿਆ ਕਿ ਜਦੋਂ ਪਰਮੇਸ਼ਰ ਦਾ ਆਤਮਾ ਆਊਗਾ ਉਦੋਂ ਉਹ ਉਹਨਾਂ ਨੂੰ ਪਾਪ ਦੇ ਬਾਰੇ ਜਾਗਰੂਕ ਕਰੂਗਾ। And it says in the word of God, when the Holy Spirit will come, it will tell them about light. ਤੇ ਜਿਵੇਂ ਆਪਾਂ ਪੜ੍ਹਦੇ ਹੁੰਦੇ ਆ ਵੀ ਸੱਚ ਨੂੰ ਜਾਣੋ, ਸੱਚ ਤੁਹਾਨੂੰ ਆਜ਼ਾਦ ਕਰੂ। ਜੇ ਸੱਚ ਨੂੰ ਉਹ ਵੀ ਜਾਣਨਗੇ ਤਾਂ ਪਰਮੇਸ਼ਰ ਉਹਨਾਂ ਨੂੰ ਵੀ ਆਜ਼ਾਦ ਕਰੂਗਾ। As we read, know the truth and truth will set you free. If they will know the truth, it will set them free too. ਤੇ ਚੌਥੇ ਨੰਬਰ ਦੇ ਉੱਤੇ ਆਪਾਂ ਦੇਖਦੇ ਹਾਂ And the fourth one is, ਕਿ ਵੱਡੇ ਵੱਡੇ ਫਿਲਾਸਫਰ ਬਹੁਤ ਵੱਡੀਆਂ ਵੱਡੀਆਂ ਡਿਗਰੀਆਂ PhDਆਂ ਕੀਤੀਆਂ ਵੀ ਪਰਮੇਸ਼ਰ ਨੂੰ ਜਾਣਦੇ ਨਹੀਂਗੇ। and the people who are great philosophers, scholars, they still don't know about God. ਕਿਉਂਕਿ ਉਹ ਜਾਣਨ ਦੇ ਇੱਛੁਕ ਹੀ ਨਹੀਂ, ਆਪਣੀ ਪੜ੍ਹਾਈਆਂ ਦੇ ਵਿੱਚ ਹੀ ਇੰਨੇ ਫਸੇ ਹੋਏ ਆ। Because they are eager to learn about Him. ਤੇ ਘਮੰਡ ਨਾਮਕ ਦੀ ਚੀਜ਼ ਹੈ ਜਿਹੜੀ ਉਹਨਾਂ ਮੂਹਰੇ ਰੁਕਾਵਟ ਬਣ ਜਾਂਦੀ ਹੈ। And the pride come in their way. ਇਸੇ ਕਰਕੇ ਉਹ ਪਰਮੇਸ਼ਰ ਦੇ ਕੋਲੇ ਨਹੀਂ ਆਉਂਦੇ। ਕਿੰਤੇ ਨੰਬਰ ਹੋ ਕੇ ਜਿਹੜਾ ਵੀ ਪਰਮੇਸ਼ਰ ਕੋਲੇ ਆਉਂਦਾ ਵਾ ਪਰਮੇਸ਼ਰ ਉਸ ਨੂੰ ਅਸੀਸ ਦਿੰਦਾ ਵਾ। And if someone come with humbleness, Lord bless him. ਪੰਜਵੇਂ ਨੰਬਰ ਤੇ The fifth one is, ਜਿਹਦੇ ਵਿੱਚ ਵਿਸ਼ਵਾਸੀ ਲੋਕ ਇਨਵੋਲਵ ਨੇ, believers are involved in it. ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਉਹਨਾਂ ਦੇ ਸਾਹਮਣੇ ਇੱਕ ਚੰਗੀ ਐਗਜ਼ਾਮਪਲ ਬਣੀਏ। It is very important that we should set an example before Him. ਦੂਜਿਆਂ ਨੂੰ ਦੇਖਣ ਦੀ ਬਜਾਏ ਆਪਣੇ ਵੱਲ ਪਹਿਲਾਂ ਦੇਖੀਏ। Before we look at anyone else, we should look inside, ਸੋ ਸਾਡੇ ਜੀਵਨਾਂ ਨੂੰ ਦੇਖ ਕੇ ਲੋਕ ਪਰਮੇਸ਼ਰ ਵੱਲ ਆ ਸਕਦੇ ਨੇ so that people can come to God ਤੇ ਉਹ ਜਾਣ ਸਕਦੇ ਨੇ ਕਿ ਟਰੂ ਕੀ ਆ ਤੇ ਰੀਅਲ ਕੀ ਆ। and they can know about truth and real. ਤੇ ਪੌਲੁਸ ਕਹਿੰਦਾ ਇਹ ਨਾ ਹੋਵੇ ਤੁਸੀਂ ਦੂਜਿਆਂ ਨੂੰ ਦੱਸਦੇ ਆਪ ਦੋ ਰੂਪੀ ਬਣੇ ਹੋਵੋ ਤੇ ਉਹ ਦੂਜਿਆਂ ਨੂੰ ਦੱਸਦੇ ਆਪ ਹੀ ਪਰਮੇਸ਼ਰ ਦੇ ਮੁਕਤੀ ਤੋਂ ਖੁੰਝ ਜਾਓ। And Paul says it shouldn't be like when you were telling someone else that you should lose the way of salvation. ਸੋ ਇਹਨਾਂ ਕੁਝ
ਕੁਝ ਨੁਸਖਿਆਂ ਦੇ ਨਾਲ, ਇਹਨਾਂ ਕੁਝ ਤਰੀਕਿਆਂ ਦੇ ਨਾਲ ਆਪਾਂ ਪਰਮੇਸ਼ਰ ਦੇ ਮਿਸ਼ਨ ਦੇ ਵਿੱਚ ਹਿੱਸਾ ਪਾ ਸਕਦੇ ਹਾਂ। And with these ways, we can put our part in the mission of God. ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਰਨਾ ਤਾਂ ਪਰਮੇਸ਼ਰ ਨਹੀਂ ਆ, No doubt, God is going to do it. ਕਿਉਂਕਿ ਯੋਹੰਨਾ ਦੀ ਕਿਤਾਬ 14:6 ਦੇ ਵਿੱਚ ਲਿਖਿਆ ਹੋਇਆ, ਜਿੰਨਾ ਚਿਰ ਪਿਤਾ ਹੀ ਨਾ ਖਿੱਚੇ ਕਿਸੇ ਨੂੰ ਕੋਈ ਵੀ, ਜਿੰਨਾ ਚਿਰ ਜਿੰਨਾ ਚਿਰ ਕਹਿੰਦਾ ਕਿ ਮੇਰੇ ਤੋਂ ਬਿਨਾਂ ਕੋਈ ਵੀ ਪਰਮੇਸ਼ਰ ਦੇ ਵਿੱਚ ਨਹੀਂ ਆ ਸਕਦਾ। And it says in John 14:6 that no one can come to God without me. ਕਹਿੰਦਾ ਸਿਰਫ ਮੈਂ ਹੀ ਜੀਵਨ ਆ, ਮੈਂ ਹੀ ਰਾਹ ਆ ਤੇ ਮੈਂ ਹੀ ਸੱਚ ਆ। I am the life, I am the only way, and I am the only truth. ਤੇ ਪਹਿਲੇ ਤਿਮੋਥੀ ਉਹਦੇ 2:5 ਚ ਲਿਖਿਆ ਹੋਇਆ ਵੀ ਇੱਕੋ ਹੀ ਰੱਬ ਆ ਤੇ ਇੱਕੋ ਹੀ ਵਿਚੋਲਾ ਆ। In 1 Timothy 2:5 it says only one God and only one mediator. ਬਾਹਰ ਦੇ ਲੋਕ ਪਤਾ ਕੀ ਕਹਿੰਦੇ ਆ? You know what people are ਕਹਿੰਦੇ saying? ਯਿਸੂ ਮਸੀਹ ਮੈਂ ਰਾਹ ਆ, ਮੈਂ ਆ, ਕਹਿੰਦੇ ਘਮੰਡ ਆ ਇਹਦੇ ਵਿੱਚ। People says like, because Jesus says I am, that's why he has a pride in it. ਹੁਣ ਮੈਨੂੰ ਇੱਕ ਗੱਲ ਦੱਸੋ ਤੁਸੀਂ, Now you tell me something. ਬਈ ਜੇ ਕੋਈ ਡਾਕਟਰ ਕਿਸੇ ਨੂੰ ਆਪਣਾ ਪਰਿਚੈ ਦਿੰਦਾ ਆ, And if a doctor introduce about himself, ਉਹ ਤਾਂ ਇਹੀ ਕਹੂਗਾ I am Dr. Don Davis। and he'll say I am Dr. Don Davis. ਤਾੜੀਆਂ ਲਾ ਦਈਏ। ਇਹਦੇ ਵਿੱਚ ਝੂਠ ਆ ਕੋਈ? Is there any lie in it? ਉਹ ਡਾਕਟਰ ਆ, ਇਸੇ ਕਰਕੇ ਕਹਿ ਰਹੇ ਆਪਣੇ ਆਪ ਨੂੰ ਡਾਕਟਰ ਆ। He is doctor, that's why he's calling himself ਕੀ doctor. problem ਕੀ ਆ? What is the problem? ਮੇਰੇ ਹਸਬੰਡ ਜਦੋਂ ਕਿਸੇ ਨੂੰ ਆਪਣਾ ਇੰਟਰੋਡਿਊਸ ਕਰਵਾਉਂਦੇ ਸੀ, When Uncle Ji used to introduce himself, ਉਹ ਹਮੇਸ਼ਾ ਬਸ ਇਹ ਕਹਿੰਦੇ ਸੀ I'm Major Taliban। he used to say I am Major Taliban. ਉਹ ਮੇਜਰ ਸੀਗੇ ਤਾਂ ਕਹਿੰਦੇ ਸੀ, Because he was a ਕੋਈ major. ਝੂਠ ਨਹੀਂ ਸੀ ਬੋਲਦੇ। It wasn't a lie. ਹੁਣ ਪ੍ਰਭੂ ਯਿਸੂ ਰਾਹ ਆ ਤਾਂ ਰਾਹ ਹੀ ਕਹਿਣਗੇ। He is the way, that's why he'll say I am the way. ਕਹਿਣਗੇ He is. ਉਹ ਜ਼ਿੰਦਗੀ ਤਾਂ ਜ਼ਿੰਦਗੀ ਹੀ ਕਹਿਣਗੇ। He is life. ਕੀ ਪ੍ਰੋਬਲਮ ਆ ਲੋਕਾਂ What's the problem? ਕਾਹਦੀ ਮੁਸ਼ਕਲ ਪਈ ਵੀ ਆ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਤਾਂ ਦੱਸਣਾ ਹੀ ਆ ਜੋ ਕੁਝ ਪ੍ਰਭੂ ਹੈਗੇ ਨੇ। What's the problem? Because he gonna tell what he ਇਹਨਾਂ is. ਗੱਲਾਂ ਦੇ ਨਾਲ ਲੋਕ ਆਪਣੀ ਮੁਕਤੀ ਨੂੰ ਥੱਲੇ ਲਾ ਦਿੰਦੇ ਆ। That's why people lose their salvation. ਤੇ ਪਰਮੇਸ਼ਰ ਦਾ ਜੇ ਉਹ ਕਹਿੰਦਾ ਕਿ ਮੈਂ ਇੱਕੋ ਹੀ ਵਿਚੋਲਾ, ਤਾਂ ਉਹ ਵਿਚੋਲਾ ਇੱਕੋ ਹੀ ਆ। If he says I am the only mediator, he is the only ਸਾਰੇ mediator. ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਵੀ ਉਹਨੂੰ ਦੇਖੋ, ਜਦੋਂ ਹੁਣ ਉਹ ਕਹਿੰਦਾ ਕਿ ਮੈਨੂੰ ਦੇਖੋ, ਹੁਣ ਇਹਨਾਂ ਨੂੰ ਮੁਸ਼ਕਲ ਹੋ ਗਈ। All the scripture says look at him, and when we say look at him, people come into trouble. ਸੇ ਇਹ ਅੱਜ ਆਪਾਂ ਕੁਝ ਪੁਆਇੰਟ ਦੇਖੇ ਨੇ, So we saw these points, ਤੇ ਆਪਾਂ ਇਹਦੇ ਵਿੱਚ ਕੁਝ ਹੱਲ ਵੀ ਦੇਖੇ ਨੇ। and we look at the solve as well, how to solve it. ਜੇ ਆਪਾਂ ਇਹਨਾਂ ਦੇ ਮੁਤਾਬਕ ਚੱਲਾਂਗੇ ਤਾਂ ਜ਼ਰੂਰ ਆਪਾਂ ਪਰਮੇਸ਼ਰ ਦੇ ਵਚਨ ਦੇ ਵਾਸਤੇ ਸੱਚੇ ਠਹਿਰਾਂਗੇ। And if we'll walk in it, we'll stand true in front of God. ਆਪਾਂ ਇਹਨਾਂ ਲੋਕਾਂ ਦੇ ਵਾਸਤੇ ਪ੍ਰਾਰਥਨਾ ਕਰੀਏ We should pray for them ਤਾਂ ਕਿ ਲੋਕ ਆ ਜਿਹੜੇ ਬਚਾਏ ਜਾਣ, so that people can be ਜਿਹਦੇ ਵਾਸਤੇ saved, ਮਸੀਹ ਨੇ ਆਪਣੀ ਜਾਨ ਦਿੱਤੀ ਆ, for which Jesus sacrificed himself, ਤਾਂ ਕਿ ਗੁਆਚੇ ਆ ਜਿਹੜੇ ਉਹਨਾਂ ਦੇ ਕੋਲੇ ਆ ਸਕਣ। so that those who are lost can come to him. ਪਰਮੇਸ਼ਰ ਨੇ ਆਪਣਾ ਪੁੱਤਰ ਜਗਤ ਦੇ ਵਿੱਚ ਉਹਨਾਂ ਨੂੰ ਬਚਾਉਣ ਦੀ ਖਾਤਰ ਹੀ ਘੱਲਿਆ। God sent his only begotten son to save the people. ਪਰਮੇਸ਼ਰ ਦੇ ਵਚਨ 'ਚ ਲਿਖਿਆ ਹੋਇਆ ਵੀ ਫਸਲ ਪੱਕੀ ਆ, ਪਰਮੇਸ਼ਰ ਦੇ ਅੱਗੇ ਦੁਆ ਕਰੋ ਤਾਂ ਕਿ ਉਹ ਵਾਢੇ ਭੇਜੇ। In the word of God it says harvest is ready, pray to God so that he can send the reapers. ਇਹ ਕਿਤੇ ਨਹੀਂ ਕਿਹਾ ਵੀ ਇਹ ਦੁਆ ਕਰੋ ਕਿ ਫਸਲ ਪੱਕ ਜੇ, And it didn't say like pray so that the harvest should be ready, ਕਿਉਂਕਿ ਫਸਲ ਤਾਂ ਆਲਰੇਡੀ ਪੱਕੀ ਆ, ਵਾਢਿਆਂ ਦੀ ਲੋੜ ਆ। because the harvest is ready, needs the reapers. ਵਾਢੇ ਕੌਣ ਆ? ਆਪਾਂ ਸਾਰੇ, Who are the reapers? We are. ਸਾਰੇ ਬਲੀਵਰ ਜਿੰਨੇ ਪਰਮੇਸ਼ਰ ਨੂੰ ਜਾਣਦੇ ਨੇ। All the believers who know the ਆਪਾਂ Lord. ਇੱਥੇ ਖੜੇ ਹੋ ਜਾਾਂਗੇ, We should stand. ਖੜੇ ਹੋ ਕੇ ਆਪਾਂ ਅੱਜ ਇੱਥੇ ਪ੍ਰਾਰਥਨਾ ਕਰਾਂਗੇ We're gonna pray ਤੇ ਆਪਾਂ ਪਰਮੇਸ਼ਰ ਦੇ ਸਾਹਮਣੇ ਇੱਕ ਪ੍ਰਣ ਕਰਾਂਗੇ। and we're gonna promise in front of God. ਪਰਮੇਸ਼ਰ ਨੂੰ ਕਹਾਂਗੇ, ਪਰਮੇਸ਼ਰ We'll say, Lord, ਅਸੀਂ ਚਾਹੁੰਦੇ ਆ we want ਕਿ ਅਸੀਂ ਆਹ ਰੁਕਾਵਟਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਸਕੀਏ, so that we can help the people in these ਤਾਂ hindrances, ਕਿ ਜਿਹੜੇ ਲੋਕ ਆ ਉਹ ਬਚਾਏ ਜਾਣ। so that people can be saved. ਅੱਜ ਜਿਵੇਂ ਆਪਾਂ ਨੂੰ ਪਤਾ ਹੈ ਕਿ ਆਪਣੇ ਸਾਰੇ ਸਕੇਜੂਲ ਦੇ ਵਿੱਚ ਆਪਾਂ ਥੋੜਾ ਜਿਹਾ ਡਿਫਰੈਂਸ ਦੇਖਿਆ, As we know today, we saw the difference in our schedule. ਆਪਾਂ ਇਹ ਵੀ ਇੱਕ ਡਿਫਰੈਂਸ ਹੀ ਕਰਾਂਗੇ, ਮਤਲਬ ਅਲੱਗ ਤੋਂ ਗੱਲ ਕਰਾਂਗੇ। We'll talk about difference too. ਆਪਾਂ ਸਾਰੇ ਜਾਣੇ ਇੱਥੇ ਮੂਹਰੇ ਇਕੱਠੇ ਹੋ ਜਾਾਂਗੇ, We're gonna all come together here. ਸਾਰੇ ਜਾਣੇ ਇਕੱਠੇ ਹੋ ਕੇ ਆਪਾਂ ਦੁਆ ਕਰਾਂਗੇ। We're gonna come together and pray. ਅੱਜ ਆਪਾਂ ਇੰਡੀਵਿਜੂਅਲ ਪ੍ਰੇ ਨਹੀਂ ਕਰਨੀ, We're not gonna pray ਆਪਾਂ individually. ਇਕੱਠੇ ਪ੍ਰੇ ਕਰਾਂਗੇ। We're gonna pray together. ਜਿਹਨੂੰ ਵੀ ਪਰਮੇਸ਼ਰ ਲੀਡ ਕਰੇ, Whoever